ਮੁੰਡਿਆਂ ਦਾ ਇਸ ਤਰ੍ਹਾਂ ਸਿਵਾ ਬਲੇਗਾ। ਤਾਂ ਬਨੂੜ ਤੋਂ ਇਹ ਸਿੱਧੀ ਤਸਵੀਰ ਮੇਰੇ ਸਹਿਯੋਗੀ ਅੰकुश ਸਾਡੇ ਤੱਕ ਪਹੁੰਚਾ ਰਹੇ ਨੇ। ਹਾਲਾਂਕਿ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ, ਬੀਤੇ ਕੱਲ ਪ੍ਰਸ਼ਾਸਨ ਤੇ ਪੁਲਿਸ ਦਾ ਕੋਈ ਅਧਿਕਾਰੀ ਪਹਿਲਾਂ ਨਹੀਂ ਬੋੜਿਆ ਸੀ, ਬਾਅਦ ਦੇ ਵਿੱਚ ਪੂਰੀ ਜੋ ਤਸਵੀਰ ਦੇਖਣ ਨੂੰ ਮਿਲੀ। ਅੰकुश, ਹੁਣ ਕੌਣ ਪਹੁੰਚਿਆ ਹੋਇਆ ਹੈ? हर कोई अंतिम रस्मां जो ने निभाइयां जानियां उस दे इंतजार जो है वो किया जा रहा है जी। बिल्कुल मनप्रीत, माहौल बेहद गमगीन इस ਵੇਲੇ ਹੈਗਾ ਤੇ ਵੇਖ ਸਕਦੇ ਹੋ ਤਸਵੀਰਾਂ ਕਿ ਹੁਣ ਲਗਾਤਾਰ ਇੱਥੇ ਹੁਣ ਜਿਹੜੀ ਬੋਡੀਜ਼ ਇੱਥੇ ਪਹੁੰਚ ਰਹੀ 7 ਜੀਆਂ ਦੀ ਇੱਕ ਸਾਥ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ, ਲੰਬੂ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਤੇ ਇੱਕ ਇੱਕ ਕਰਕੇ ਜਿਹੜੀ ਬੋਡੀਜ਼ ਹੈ ਉਹ ਜਿਹੜੇ ਕ੍ਰਿਮੀਸ਼ਨ ਗਰਾਊਂਡ ਦੇ ਅੰਦਰ ਲਿਆਂਦੀ ਜਾ ਰਹੀ ਹੈ। ਵੇਖ ਸਕਦੇ ਹੋ ਤਸਵੀਰਾਂ ਕਿ ਹਰ ਅੱਖ ਨਮ ਹੈ ਕਿਉਂਕਿ ਇਹ ਜਿਹੜਾ ਹਾਦਸਾ ਵਾਪਰਿਆ ਬੇਹੱਦ ਦਰਦਨਾਕ ਹਾਦਸਾ, ਬੇਹੱਦ ਭਾਗਾ ਹਾਦਸਾ ਜਿਹੜਾ ਕੱਲ ਵਾਪਰਿਆ ਜਿਹੜੀ ਗੋਬਿੰਦ ਸਾਗਰ ਲੇਕ ਜਿਹੜਾ ਉਹਨਾਂ ਦਾ ਦੀ ਹੈਗੀ ਉੱਥੇ ਇੱਥੇ 7 ਜੀ ਜਿਹੜੇ ਆ ਉਹ ਇੱਕ ਸਾਥ ਡੁੱਬ ਗਏ ਜਿਨ੍ਹਾਂ ਦੀ ਉਸ ਦੇ ਵਿੱਚ ਜਿਹੜੀ ਦਰਦਨਾਕ ਮੌਤ ਹੋਈ ਹੈ। ਤਾਂ ਉਸ ਤੋਂ ਬਾਅਦ ਉਹਨਾਂ ਦਾ ਹੁਣ ਅੰਤਿਮ ਸੰਸਕਾਰ ਕਰਨ ਦਾ ਜਿਹੜਾ ਉਹ ਕੰਮ ਇੱਥੇ ਕੀਤਾ ਜਾ ਰਿਹਾ। ਆਖਰੀ ਰਸਮਾਂ ਜਿਹੜੀ ਹੈ ਉਹ ਪਰਿਵਾਰਾਂ ਵੱਲੋਂ ਨਿਭਾਈਆਂ ਜਾ ਰਹੀਆਂ। ਇਹ ਤਸਵੀਰਾਂ ਵੇਖ ਸਕਦੇ ਹੋ ਕਿ ਬੇਹੱਦ ਦਿਲ ਨੂੰ ਝਕਝੋਰਨ ਦੇਣ ਵਾਲੀ ਇਹ ਤਸਵੀਰਾਂ ਹੈਗੀਆਂ ਕਿ ਜਿਹੜਾ ਕਿ ਇੱਥੇ ਹਾਦਸਾ ਵਾਪਰਿਆ ਤੇ ਇੱਕ ਸਾਥ ਜਿਹੜੇ 7 ਜਿਹੜੇ ਉਹ ਜਿਹੜੇ ਮ੍ਰਿਤਦੇਹਾਂ ਨੂੰ ਲੰਬੂ ਜਿਹੜਾ ਦਿੱਤਾ ਜਾ ਰਿਹਾ। ਇਹ ਕਦੀ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਇਸ ਸ਼ਮਸ਼ਾਨ ਘਾਟ ਦੇ ਵਿੱਚ ਇਸ ਟਿੱਕੇ ਦਾ ਮੰਦਭਾਗਾ ਦਿਨ ਵੀ ਆਏਗਾ ਕਿ ਜਦੋਂ ਇੱਕ ਸਾਥ 7 ਦੇਹਾਂ ਦੀ ਜਿਹੜੀ ਹੈ ਉਹ ਇੱਥੇ ਜਿਹੜੀ ਹੈ ਉਹਨਾਂ ਨੂੰ ਲੰਬੂ ਲਾਇਆ ਜਾਵੇਗਾ। ਤੇ ਤਸਵੀਰਾਂ ਬੇਹੱਦ ਦਿਲ ਨੂੰ ਜਿਹੜੀ ਹੈ ਗਮਗੀਨ ਕਰਨ ਵਾਲੀ ਤਸਵੀਰਾਂ ਹੈ ਤੇ ਜਿੱਥੇ ਇਸ ਵੇਲੇ ਅੰਤਿਮ ਸੰਸਕਾਰ ਦਾ ਜਿਹੜਾ ਕੰਮ ਕੀਤਾ ਜਾ ਰਿਹਾ, ਅੰਤਿਮ ਰਸਮਾਂ ਜਿਹੜੀ ਹੈ ਨਿਭਾਈਆਂ ਜਾ ਰਹੀਆਂ ਪਰਿਵਾਰਾਂ ਵੱਲੋਂ ਕਿਉਂਕਿ 7 ਜੀਆਂ ਦੀ ਇਸ ਘਟਨਾ ਦੇ ਵਿੱਚ ਮੌਤ ਹੋਈ ਹੈ ਤੇ ਬੇਹੱਦ ਦਿਲ ਨੂੰ ਝਕਝੋਰ ਦੇਣ ਵਾਲੀ ਤਸਵੀਰਾਂ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਸਾਡੇ ਲਈ ਵੀ ਮਨਪ੍ਰੀਤ ਬੇਹੱਦ ਮੁਸ਼ਕਲ ਪਲ ਹੈਗੇ ਹੈ ਇਹ ਸਾਰੀ ਘਟਨਾ ਨੂੰ ਆਪਣੇ ਦਰਸ਼ਕਾਂ ਕੋਲ ਸਿੱਧਾ ਪਹੁੰਚਾਉਣਾ ਤੇ ਸ਼ਬਦਾਂ ਦੇ ਵਿੱਚ ਅਸੀਂ ਇਸ ਚੀਜ਼ ਨੂੰ ਅਸੀਂ ਪੂਰੀ ਤਰੀਕੇ ਨਾਲ ਬਿਆਨ ਨਹੀਂ ਕਰ ਸਕਦੇ ਕਿ ਜੋ ਦਰਦ ਇੱਥੇ ਪਰਿਵਾਰਾਂ ਦੇ ਨਾਲ ਅੱਜ ਹੋਇਆ, ਪਰਿਵਾਰਾਂ ਨੂੰ ਅੱਜ ਸਹਿਣਾ ਪੈ ਰਿਹਾ ਉਹ ਸ਼ਾਇਦ ਹੀ ਕਿਸੇ ਹੋਰ ਦੇ ਨਾਲ ਇਸ ਤਰੀਕੇ ਦਾ ਦਰਦ ਹੋਇਆ। ਅਸੀਂ ਵੀ ਇਹੀ ਦੁਆ ਕਰਾਂਗੇ ਕਿ ਅੱਗੇ ਕਿਸੇ ਦੇ ਨਾਲ ਇਸ ਤਰੀਕੇ ਦਾ ਭਾਣਾ ਕਦੀ ਨਾ ਕਿਸੇ ਨਾਲ ਵਰਤਿਆ ਹੋਵੇ, ਕਦੀ ਕੋਈ ਇਹ ਘਟਨਾ ਨਾ ਕਿਸੇ ਨਾਲ ਵਾਪਰੇ। ਲਗਾਤਾਰ ਵੇਖ ਰਹੇ ਹੋ ਤਸਵੀਰਾਂ ਕਿ ਇੱਥੇ ਮ੍ਰਿਤਦੇਹਾਂ ਲਗਾਤਾਰ ਜਿਹੜੀ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚ ਰਹੀਆਂ ਕਿਉਂਕਿ 7 ਦੇਹਾਂ ਦਾ ਇੱਕ ਸਾਥ ਜਿਹੜਾ ਉਹ ਅੰਤਿਮ ਸੰਸਕਾਰ ਕੀਤਾ ਜਾਣਾ ਤੇ ਬੇਹੱਦ ਜਿਹੜਾ ਅਗਰ ਕਹੀਏ ਭਾਵੁਕ ਪਲ ਹੈਗੇ ਆ ਇੱਥੇ। ਪੂਰਾ ਬਨੂੜ ਸ਼ਹਿਰ ਅਗਰ ਕਹੀਏ ਤਾਂ ਇਸ ਵੇਲੇ ਇਹਨਾਂ ਪੀੜਿਤ ਪਰਿਵਾਰਾਂ ਨੂੰ ਜਿਹੜਾ ਉਹਨਾਂ ਦੇ ਨਾਲ ਖੜਨ ਇੱਥੇ ਪਹੁੰਚਿਆ ਤੇ ਤਸਵੀਰਾਂ ਬੇਹੱਦ ਜਿਹੜੀ ਦੁਖਦਾਈ ਹੈਗੀ ਹੈ ਜਿਹੜੀ ਅਸੀਂ ਆਪਣੇ ਦਰਸ਼ਕਾਂ ਕੋਲ ਸਿੱਧੀਆਂ ਪਹੁੰਚਾ ਰਹੇ ਹਾਂ। ਹੁਣ ਸਾਰਿਆਂ ਨੂੰ ਹੁਣ ਲੰਬੂ ਦੇਣ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਤੇ ਜਿਹੜਾ ਪੀੜਿਤ ਪਰਿਵਾਰਾਂ ਵੱਲੋਂ ਇਹ ਵੇਖ ਸਕਦੇ ਹੋ ਕਿ ਹੁਣ ਜਿਹੜਾ ਇੱਥੇ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਲਖਵਿੰਦਰ ਦੀ ਜਿਹੜਾ ਸੰਸਕਾਰ ਹੈ ਉਹ ਉੱਥੇ ਕੀਤਾ ਜਾ ਰਿਹਾ ਹੈ। ਵੇਖ ਸਕਦੇ ਹੋ ਕਿ ਹੁਣ ਉਹਦੇ ਲਈ ਜਿਹੜਾ ਇੱਥੇ ਜਿਹੜੀ ਸ਼ਵਸ਼ਈ ਹੈ ਉਹ ਬਣਾਈ ਜਾ ਰਹੀ ਹੈ ਤੇ ਹੁਣ ਬੇਹੱਦ ਗਮਗੀਨ ਮਾਹੌਲ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ। ਹਰ ਅੱਖ ਜਿਹੜੀ ਹੈ ਉਹ ਦੇਖ ਰਹੀ ਹੈ, ਉਹ ਨਮ ਹੈਗੀ ਹੈ ਕਿਉਂਕਿ ਕੋਈ ਛੋਟਾ ਮੋਟਾ ਹਾਦਸਾ ਨਹੀਂ ਬਲਕਿ ਬਹੁਤ ਵੱਡਾ ਹਾਦਸਾ ਕੱਲ ਇਸ ਪਿੰਡ ਦੇ ਬੱਚਿਆਂ ਦੇ ਉੱਤੇ ਵਾਪਰਿਆ ਜਿਸ ਦੇ ਬਾਅਦ ਇਹ 7 ਜੀ ਇਸ ਪਿੰਡ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਤੇ ਛੋਟੀ ਉਮਰ ਦੇ ਵਿੱਚ ਹੀ ਜਿਹੜੇ ਇਹਨਾਂ ਦੀ ਮੌਤ ਹੋਈ ਹੈ ਤੇ ਵੇਖ ਸਕਦੇ ਹੋ ਕਿ ਹਲੇ ਵੀ ਜਿਹੜੀ ਬੋਡੀਜ਼ ਹੁਣ ਇੱਥੇ ਤਕਰੀਬਨ ਸਾਰੀਆਂ ਹੀ ਜਿਹੜੀ ਮ੍ਰਿਤਦੇਹ ਹੁਣ ਪਹੁੰਚ ਗਈਆਂ ਤੇ ਉਹਨਾਂ ਨੂੰ ਇੱਥੇ ਲਿਆਂਦਾ ਜਾ ਚੁੱਕਿਆ ਤੇ ਤਸਵੀਰਾਂ ਵੇਖ ਸਕਦੇ ਹੋ ਕਿ ਬੇਹੱਦ ਗਮਗੀਨ ਤਸਵੀਰਾਂ ਜਿਹੜੀ ਹੈਗੀਆਂ ਤੇ ਪਰਿਵਾਰ ਜਿਹੜੇ ਕਿਸ ਤਰੀਕੇ ਨਾਲ ਅੱਜ ਆਪਣੇ ਆਪ ਨੂੰ ਖਾਲੀ ਮਹਿਸੂਸ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚੋਂ ਛੋਟੇ ਬੱਚਿਆਂ ਦੀ ਜਿਹੜੀ ਹੈ ਅੱਜ ਉਹਨਾਂ ਦੀ ਮ੍ਰਿਤਦੇਹਾਂ ਇੱਥੇ ਪਹੁੰਚੀਆਂ। ਤਸਵੀਰਾਂ ਬੇਹੱਦ ਗਮਗੀਨ ਹੈਗੀ ਜਿਵੇਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਸਾਡੇ ਲਈ ਵੀ ਕਵਰ ਕਰਨਾ ਆਪਣੇ ਦਰਸ਼ਕਾਂ ਕੋਲ ਤਸਵੀਰਾਂ ਪਹੁੰਚਾਉਣਾ ਕੋਈ ਆਸਾਨ ਨਹੀਂ ਹੈਗਾ ਤੇ ਲੇਕਿਨ ਅਸੀਂ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਸਾਹਮਣੇ ਇਹਨਾਂ ਤਸਵੀਰਾਂ ਨੂੰ ਸਾਂਝੀਆਂ ਕਰ ਰਹੇ ਹਾਂ, ਉਹਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਇਹ ਜਿਹੜਾ ਹਾਦਸਾ ਹੋਇਆ ਇਹ ਹਾਦਸਾ ਅੱਗੇ ਕਿਸੇ ਹੋਰ ਦੇ ਨਾਲ ਨਾ ਵਾਪਰੇ। ਉਹਨਾਂ ਲਈ ਇੱਕ ਸਬਕ ਵੀ ਅਗਰ ਕਹੀਏ ਉਹ ਸਬਕ ਵੀ ਹੈਗਾ ਕਿ ਕਿਵੇਂ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਤੇ ਜਦੋਂ ਇਸ ਤਰੀਕੇ ਦਾ ਕੋਈ ਹਾਦਸਾ ਹੁੰਦਾ ਤੇ ਤਸਵੀਰਾਂ ਵੇਖ ਸਕਦੇ ਹੋ। ਲਗਾਤਾਰ ਅਸੀਂ ਆਪਣੇ ਦਰਸ਼ਕਾਂ ਕੋਲ ਇਹ ਤਸਵੀਰਾਂ ਪਹੁੰਚਾ ਰਹੇ ਹਾਂ
ਕਿ ਜਿਹਦੇ ਵਿੱਚ ਇਹ ਵੇਖ ਸਕਦੇ ਹੋ ਇੱਕ ਸਾਥ ਜਿਹੜੇ 4 ਮੈਂਬਰ ਜਿਹੜੇ ਤੁਹਾਨੂੰ ਦੱਸ ਰਹੇ ਸੀ ਕਿ ਇੱਕੋ ਘਰ ਦੇ 4 ਜੀ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਚਾਰਾਂ ਦਾ ਇੱਥੇ ਇਹ ਵੇਖ ਸਕਦੇ ਹੋ ਕਿ ਬੋਡੀਜ਼ ਇੱਥੇ ਪਹੁੰਚ ਗਏ, ਮ੍ਰਿਤਦੇਹ ਇੱਥੇ ਪਹੁੰਚ ਗਏ ਤੇ ਚਾਰਾਂ ਨੂੰ ਇਕੱਠੇ ਜਿਹੜਾ ਇੱਥੇ ਲੰਬੂ ਦਿੱਤਾ ਜਾਣਾ ਹੈ। ਤਸਵੀਰਾਂ ਬੇਹੱਦ ਜਿਹੜੀ ਦਿਲ ਨੂੰ ਝਕਝੋਰ ਦੇਣ ਵਾਲੀ ਤਸਵੀਰਾਂ, ਜਿਹੜੀ ਕਿ ਸ਼ਾਇਦ ਹੀ ਕਿਸੇ ਨੇ ਸੋਚਿਆ ਸੀਗਾ ਕਿ ਇਹ ਜਿਹੜਾ ਇੱਥੇ ਸ਼ਮਸ਼ਾਨ ਘਾਟ ਹੈਗਾ ਕਿ ਇੱਥੇ ਇੱਕ ਸਾਥ 7 ਜੀਆਂ ਦਾ ਜਿਹੜਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਵੇਗਾ। ਤੇ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਵੱਡੇ ਵਡੇਰੇ ਜਿਹੜੇ ਇਹਨਾਂ ਰਸਮਾਂ ਨੂੰ ਨਿਭਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਤੇ ਨਾਲ ਉਹਨਾਂ ਦਾ ਪੂਰਾ ਜਿਹੜਾ ਪਿੰਡ ਹੈਗਾ ਉਹ ਵੀ ਜਿਹੜਾ ਆਪਣੇ ਤੌਰ ਤੇ ਜਿਹੜਾ ਅੰਤਿਮ ਵਿਦਾਈ ਦੇਣ ਪਹੁੰਚਿਆ ਹੈ ਤੇ ਉਹਨਾਂ ਦੇ ਅੰਤਿਮ ਰਸਮਾਂ ਦੇ ਵਿੱਚ ਆਪਣੀ ਭਾਗੀਦਾਰੀ ਨਿਭਾ ਰਿਹਾ ਹੈ। ਕਿਉਂਕਿ ਵੇਖ ਸਕਦੇ ਹੋ ਕਿ ਇੱਥੇ ਹਰ ਕਿਸੇ ਦੇ ਚਿਹਰਾ ਜਿਹੜਾ ਨਮ ਹੈਗਾ। ਇੱਕ ਹੋਰ ਪੀੜਿਤ ਪਿਓ ਦੀ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਕੋਲ ਪਹੁੰਚਾਉਂਦੇ ਹਾਂ ਕਿ ਜਿੱਥੇ ਇਸ ਉਹਨਾਂ ਦੇ ਪੁੱਤਾਂ ਨੂੰ ਜਿਹੜਾ ਇੱਥੇ ਉਹ ਇਹ ਕੀਤਾ ਜਾ ਰਿਹਾ। ਇਹ ਵੇਖ ਸਕਦੇ ਹੋ ਕਿ ਤੁਸੀਂ ਇਹ ਪਿਓ ਹੈਗਾ ਜਿਨ੍ਹਾਂ ਦੇ 2 ਪੁੱਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਜਿਹਦਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਇਹਨਾਂ ਦਾ ਤਕਰੀਬਨ 2 ਤੋਂ 2.5 ਮਹੀਨੇ ਪਹਿਲਾਂ ਇੱਕ ਸੜਕ ਹਾਦਸੇ ਦੇ ਵਿੱਚ ਦੋਨੋਂ ਲੱਤਾਂ ਇਹਨਾਂ ਦੀ ਟੁੱਟ ਗਿਆ ਸੀ, ਜਿਸ ਤੋਂ ਬਾਅਦ ਇਹਨਾਂ ਦੇ ਰੋਡਾਂ ਪਈਆਂ ਸੀ ਤੇ ਇਹਨਾਂ ਦਾ ਚੱਲਣਾ ਫਿਰਨਾ ਵੀ ਹੁਣ ਬਹੁਤ ਮੁਸ਼ਕਲ ਹੋਇਆ ਪਿਆ। ਪਰਿਵਾਰ ਦੇ ਵਿੱਚ ਸਿਰਫ ਇਹਨਾਂ ਦਾ ਇੱਕ ਛੋਟਾ ਭਰਾ ਭਵਨ ਸੀਗਾ ਜਿਹੜਾ ਕਿ ਕਮਾਉਣ ਵਾਲਾ ਸੀਗਾ, ਹੁਣ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਿਹਾ ਗਿਆ, ਉਸ ਦੀ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਦੇ ਵਿੱਚ ਕੋਈ ਵੀ ਜਿਹੜਾ ਹੁਣ ਕਮਾਉਣ ਵਾਲਾ ਜੀ ਨਹੀਂ ਬਚਿਆ। ਤੇ ਅੱਗੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕੀਤਾ ਜਾਏਗਾ ਇਹ ਹੁਣ ਰੱਬ ਦੇ ਆਸਰੇ ਇਹਨਾਂ ਵੱਲੋਂ ਛੱਡ ਦਿੱਤਾ ਗਿਆ ਹੈ, ਕਿਉਂਕਿ ਪਰਿਵਾਰ ਦੇ ਵਿੱਚ ਕੋਈ ਐਸਾ ਦਾ ਸਾਧਨ ਨਹੀਂ ਹੈਗਾ ਕਿ ਉਸ ਤੋਂ ਜਿਹੜਾ ਉਹ ਕੋਈ ਜਿਹੜਾ ਉਹ ਅੱਗੇ ਪਰਿਵਾਰ ਨੂੰ ਚਲਾ ਸਕੇ। ਲੇਕਿਨ ਹੁਣ ਪਰਿਵਾਰਾਂ ਦੇ ਲਈ ਇੱਕ ਵੱਡਾ ਅਗਰ ਕਹੀਏ ਪਹਾੜ ਇਹਨਾਂ ਦੇ ਉੱਤੇ ਟੁੱਟਿਆ ਤੇ ਪੂਰਾ ਬਨੂੜ ਸ਼ਹਿਰ ਅੱਜ ਇਹਨਾਂ ਪੀੜਿਤ ਪਰਿਵਾਰਾਂ ਨੂੰ ਹੌਸਲਾ ਦੇਣ ਇੱਥੇ ਪਹੁੰਚਿਆ ਤੇ ਵੇਖ ਸਕਦੇ ਹੋ। ਬਿਲਕੁਲ ਅੰਕੁਸ਼, ਸਮਝਿਆ ਜਾ ਸਕਦਾ ਹੈ ਔਰ ਬਨੂੜ ਦੇ ਵਿੱਚ ਅੱਜ ਹਰ ਕਿਸੇ ਦੀ ਅੱਖ ਨਮ ਨਜ਼ਰ ਆ ਰਹੀ ਹੈ। ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਔਰ ਤੁਹਾਡੀ ਵੀ ਹਿੰਮਤ ਦੀ ਇਸ ਵਕਤ ਮੈਂ ਦਾਦ ਦੇਣਾ ਚਾਹੂੰਗੀ, ਕਿਉਂਕਿ ਲਾਈਵ ਇਸ ਚੀਜ਼ ਦੇ ਉਸ ਮੌਕੇ ਤੇ ਮੌਜੂਦ ਹੋਣਾ, ਉਹਨਾਂ ਤਸਵੀਰਾਂ ਨੂੰ ਬਿਆਨ ਕਰਨਾ ਵਾਕਈ ਦੇ ਵਿੱਚ ਬਹੁਤ ਔਖਾ ਹੁੰਦਾ ਹੈ ਔਰ ਤੁਸੀਂ ਆਪਣੀ ਡਿਊਟੀ ਜੋ ਹੈ ਬੜੇ ਕਹਿ ਸਕਦੇ ਹਾਂ ਕਿ ਬੜੀ ਤਨਦੇਹੀ ਦੇ ਨਾਲ ਇਸ ਵਕਤ ਨਿਭਾ ਰਹੇ ਹੋ ਔਰ ਬਹੁਤ ਔਖਾ ਹੁੰਦਾ ਹੈ ਪਰਿਵਾਰਾਂ ਦੇ ਨਾਲ ਇਸ ਮੌਕੇ ਗੱਲਬਾਤ ਕਰਨਾ। ਪਰ ਵਾਕਈ ਦੇ ਵਿੱਚ ਹਰ ਕਿਸੇ ਦੀ ਅੱਖ ਜਿੱਥੇ ਨਮ ਨਜ਼ਰ ਆ ਰਹੀ ਹੈ ਔਰ 7 ਸਿਵੇ ਅੱਜ ਬਣਨਗੇ। ਫਿਰ ਨੀਨਾ ਮਿੱਤਲ ਇੱਥੇ ਪੀੜਿਤ ਪਰਿਵਾਰਾਂ ਨੂੰ ਦਾ ਦੁੱਖ ਵੰਡਾਉਣ ਇੱਥੇ ਪਹੁੰਚੇ ਨੇ ਤੇ ਇਸ ਵੇਲੇ ਜਿਹੜਾ ਪ੍ਰਬੰਧ ਹੈ ਉਹ ਵੀ ਅਗਰ ਕਹੀਏ ਤੇ ਉਹ ਛੋਟੇ ਪੈ ਗਏ ਨੇ, ਕਿਉਂਕਿ ਇੰਨਾ ਵੱਡਾ ਹਾਦਸਾ ਹੋਇਆ ਤੇ ਅਗਰ ਕਹੀਏ ਤੇ ਲੱਕੜਾਂ ਵੀ ਇੱਥੇ ਘੱਟ ਨਜ਼ਰ ਆ ਰਹੀਆਂ, ਕਿਉਂਕਿ ਕਾਫੀ ਜ਼ਿਆਦਾ ਅਗਰ ਕਹੀਏ ਤੇ ਇੱਥੇ ਇੱਕ ਭਾਣਾ ਵਰਤਿਆ ਤੇ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਸਾਥ ਇੱਥੇ 7 ਜੀਆਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਤੇ ਤਸਵੀਰਾਂ ਵੇਖ ਸਕਦੇ ਹੋ ਤੇ ਸਾਡੇ ਨਾਲ ਪੰਡਿਤ ਜੀ ਹੈਗੇ ਤੇ ਅਸੀਂ ਇੱਥੇ ਦੇਖਦੇ ਹਾਂ ਕਿ ਹਾਲਾਂਕਿ ਹਲੇ ਉਹ ਅੰਤਿਮ ਰਸਮਾਂ ਨਿਭਾਉਣ ਦੇ ਵਿੱਚ ਹਲੇ ਉਹ ਲੱਗੇ ਰੁੱਝੇ ਹੋਏ ਨੇ ਤੇ ਕਿਉਂਕਿ ਬੇਹੱਦ ਗਮਗੀਨ ਮਾਹੌਲ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਜਿੱਥੇ ਇੱਕ ਸਾਥ ਜਿਹੜੀ 7 ਜੀਆਂ ਦਾ ਜਿਹੜਾ ਹੁਣ ਇੱਥੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਹੱਥ ਵੰਡਾਏ ਜਾ ਰਹੇ ਨੇ, ਵੇਖ ਸਕਦੇ ਹੋ ਕਿ ਲੱਕੜਾਂ ਦੇਣ ਦੇ ਤੇ ਇਹ ਹੁਣ ਲਾਂਬੂ ਦੇਣ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਹੈ। ਆਖਰੀ ਪਲ ਜਿਹੜੇ ਹੈਗੇ ਆ ਨਾ ਮ੍ਰਿਤ ਦੇਹਾਂ ਨੂੰ ਉਹਨਾਂ ਦੇ ਜਿਹੜੇ ਹੈ ਹੁਣ ਹੋ ਰਹੇ ਨੇ ਤੇ ਆਖਰੀ ਰਸਮਾਂ ਜਿਹੜੀਆਂ ਉਹ ਨਿਭਾਈਆਂ ਜਾ ਰਹੀਆਂ। ਉਹਨਾਂ ਦਾ ਜਿਹੜਾ ਇਹਨਾਂ ਨੂੰ ਸਹੀਆਂ ਤੇ ਰੱਖਿਆ ਜਾਏਗਾ ਤਾਂ ਉਸ ਤੋਂ ਬਾਅਦ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ, ਇਹਨਾਂ ਨੂੰ ਲਾਂਬੂ ਲਗਾਇਆ ਜਾਏਗਾ। ਦੇਖ ਸਕਦੇ ਹੋ ਤਸਵੀਰਾਂ ਕਿ ਇਹ ਤਸਵੀਰਾਂ ਬੇਹੱਦ ਗਮਗੀਨ ਤਸਵੀਰਾਂ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਇਸ ਵੇਲੇ 7 ਜੀਆਂ ਦਾ ਜਿਹੜਾ ਅੰਤਿਮ ਸੰਸਕਾਰ ਇੱਕ ਸਾਥ ਕੀਤਾ ਜਾ ਰਿਹਾ। ਜਿਵੇਂ ਅਸੀਂ ਪਹਿਲਾਂ ਵੀ ਦੱਸ ਰਹੇ ਸੀਗੇ ਕਿ ਇੱਥੇ ਇੰਤਜ਼ਾਮ ਇੱਥੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ, ਲੇਕਿਨ ਉਹ ਇੰਤਜ਼ਾਮ ਵੀ ਬੇਹੱਦ ਛੋਟੇ ਨਜ਼ਰ ਆ ਰਹੇ ਨੇ ਕਿਉਂਕਿ ਥਾਂ ਬੇਹੱਦ ਛੋਟੀ ਹੈ ਤੇ ਉੱਥੇ ਇੱਕ ਸਾਥ 7 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਤੇ ਜਿਹੜਾ ਕਿ ਬਹੁਤ ਮੁਸ਼ਕਲ ਦਾ ਵੇਲਾ ਹੈ ਇਸ ਵੇਲੇ ਅਗਰ ਕਹੀਏ ਤੇ ਵੇਖ ਸਕਦੇ ਹੋ ਤਸਵੀਰਾਂ ਤੇ ਇਸ ਵੇਲੇ ਬੇਹੱਦ ਗਮਗੀਨ ਮਾਹੌਲ ਜਿਹੜਾ ਕਿ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਇਹ ਤਸਵੀਰਾਂ ਅਸੀਂ ਚਾਹਾਂਗੇ ਅਸੀਂ ਅੱਗੇ ਕਦੀ ਨਾ ਇਸ ਤਰੀਕੇ ਨਾਲ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਕਿ ਇਸ ਤਰੀਕੇ ਦੀ ਅਸੀਂ ਕੋਈ ਖਬਰ ਕਰੀਏ, ਕਿਉਂਕਿ ਇਹ ਹਾਦਸਾ ਬਹੁਤ ਕੁਝ ਸਿਖਾ ਕੇ ਜਾਂਦਾ। ਜਦੋਂ ਵੀ ਕੋਈ ਹਾਦਸਾ ਹੁੰਦਾ ਤੇ ਸਾਨੂੰ ਬਸ ਲੋੜ ਹੈਗੀ ਉਸ ਤੋਂ ਸਬਕ ਸਿੱਖਣ ਦੀ
ਤੇ ਇਸ ਹਾਦਸੇ ਨੇ ਵੀ ਕਾਫੀ ਵੱਡਾ ਸਬਕ ਸਿਖਾਇਆ ਹੈ ਕਿ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਪਾਣੀ ਦੇ ਵਿੱਚ ਕਦੀ ਨਾ ਇਸ ਤਰੀਕੇ ਨਾਲ ਜਾਓ। ਭਾਵੇਂ ਜਿੰਨਾ ਮਰਜ਼ੀ ਅਗਰ ਕਿਸੇ ਨੂੰ ਤੈਰਨਾ ਵੀ ਆਉਂਦਾ ਤੇ ਲੇਕਿਨ ਉਹਦੇ ਲਈ ਪਾਣੀ ਵੀ ਇੱਕ ਵੱਡਾ ਕਾਲ ਬਣ ਸਕਦਾ ਤੇ ਪਾਣੀ ਨੇ ਦੱਸ ਦਿੱਤਾ ਕਿ ਕਿੰਨਾ ਵੱਡਾ ਕਾਲ ਹੈਗਾ। ਤੇ ਇਹ ਤਸਵੀਰਾਂ ਜਿਹੜੀ ਹੈਗੀ ਹੈ ਬੇहद ਗਮਗੀਨ ਤਸਵੀਰਾਂ ਜਿਹੜੀ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਤੇ 7 ਜਿਹੜੀ ਇਕੱਠੇ ਮੌਤਾਂ ਹੋਈਆਂ ਜਿਹੜੀਆਂ 7 ਦੇ 7 ਸ਼ਵਾਂ ਨੂੰ ਇਕੱਠੇ ਜਿਹੜਾ ਲੰਬੂ ਲਾਇਆ ਜਾਣਾ ਤੇ ਬੇहद ਗਮਗੀਨ ਮਾਹੌਲ ਇਸ ਵੇਲੇ ਵਾਕਿਆ ਦੇ ਵਿੱਚ ਅੰਕੁਸ਼ ਇਸ ਵਕਤ ਸ਼ਬ ਸ਼ਈਆ ਜੋ ਹੈ ਉਹ ਤਿਆਰ ਕੀਤੀ ਜਾ ਰਹੀ ਹੈ, ਅਸੀਂ ਦੇਖ ਪਾ ਰਹੇ ਹਾਂ ਔਰ ਹਰ ਕੋਈ ਜੋ ਹੈ ਇਸ ਵਕਤ ਪਰਿਵਾਰ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਨੂੜ ਦੇ ਸ਼ਮਸ਼ਾਨ ਘਾਟ ਦੇ ਵਿੱਚ ਗਮਗੀਨ ਮਾਹੌਲ ਜੋ ਹੈ ਉਹ ਦੇਖਿਆ ਜਾ ਰਿਹਾ ਔਰ ਹਰ ਪਾਸੇ ਮਾਤਮ ਪਸ ਰਿਹਾ ਅੱਜ ਨਜ਼ਰ ਆ ਰਿਹਾ ਹੈ ਔਰ ਇਹ ਤਸਵੀਰ ਕਾਫੀ ਕੁਝ ਬਿਆਨ ਕਰਦੀ ਨਜ਼ਰ ਆ ਰਹੀ ਹੈ। ਔਰ ਹੁਣ ਅੰਤਿਮ ਰਸਮਾਂ ਜੋ ਨੇ ਉਹ ਨਿਭਾਈਆਂ ਜਾ ਰਹੀਆਂ ਨੇ ਔਰ ਥੋੜੀ ਦੇਰ ਦੇ ਵਿੱਚ ਸੰਸਕਾਰ ਜੋ ਹੈ ਉਹ ਕੀਤਾ ਜਾਏਗਾ। ਔਰ ਦੇਖ ਪਾ ਰਹੇ ਹਾਂ ਕਿ ਅਰਥੀ ਜੋ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਪੰਡਿਤ ਜੀ ਜੋ ਨੇ ਉਹ ਆਪਣੀਆਂ ਰਸਮਾਂ ਨਿਭਾਉਣ ਦੇ ਵਿੱਚ ਲੱਗੇ ਹੋਏ ਨੇ। ਅੰਤਿਮ ਕਿਰਿਆ ਜੋ ਹੈ ਉਹ ਕੀਤੀ ਜਾਏਗੀ। ਸੋ ਪਰਿਵਾਰ ਦੇ ਲਈ ਬਹੁਤ ਔਖਾ ਹੈ ਇਸ ਵਕਤ ਔਰ ਸਮਝਿਆ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਜੋ ਹਾਦਸੇ ਨੇ ਉਹ ਕਿਤੇ ਨਾ ਕਿਤੇ ਸਾਨੂੰ ਸਬਕ ਜ਼ਰੂਰ ਦੇ ਕੇ ਜਾਂਦੇ ਨੇ, ਪਰ ਵਾਕਈ ਦੇ ਵਿੱਚ ਹੋਰਨਾਂ ਲਈ ਇਹ ਸਬਕ ਜ਼ਰੂਰ ਹੈ, ਪਰ ਮਾਪਿਆਂ ਦੇ ਲਈ ਇਸ ਵਕਤ ਵੱਡਾ ਘਾਟਾ ਹੈ, ਨਾ ਪੂਰਾ ਹੋਣ ਵਾਲਾ ਘਾਟਾ। ਔਰ ਸੇਰੇ ਇਹ ਵਾਕਈ ਦੇ ਵਿੱਚ ਬਹੁਤ ਬਹੁਤ ਕਹਿ ਸਕਦੇ ਹਾਂ ਕਿ ਤਸਵੀਰ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਖਾਸ ਤੌਰ ਤੇ ਜਦੋਂ ਕੋਈ ਕਹਿ ਸਕਦੇ ਹਾਂ ਕਿ ਜਵਾਨ ਅਣਵਿਆਹਿਆ ਅਣਿਆਈ ਮੌਤ ਮਰਦਾ ਹੈ ਤਾਂ ਇਸ ਤਰ੍ਹਾਂ ਉਸ ਨੂੰ ਪਹਿਲਾਂ ਲਾੜੇ ਵਾਂਗ ਤਿਆਰ ਕੀਤਾ ਜਾਂਦਾ ਹੈ, ਅੰਤਿਮ ਰਸਮਾਂ ਦੇ ਵਿੱਚ ਉਸ ਦਾ ਪੂਰਾ ਸ਼ਿੰਗਾਰ ਕੀਤਾ ਜਾਂਦਾ ਹੈ। ਸੋ ਇਹ ਬਹੁਤ ਭਾਵੁਕ ਕਰ ਦੇਣ ਵਾਲੀ ਤਸਵੀਰ ਹੁੰਦੀ ਹੈ। ਇਹ ਪਲ ਜਿਹੜੇ ਨੇ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਬਿਆਨ ਕਰਨਾ ਵਾਕਈ ਦੇ ਵਿੱਚ ਬਹੁਤ ਔਖਾ ਹੈ ਔਰ ਅਸੀਂ ਦੇਖ ਪਾ ਰਹੇ ਹਾਂ ਅੰਕੁਸ਼ ਕੇ ਇੱਕ ਤੋਂ ਬਾਅਦ ਇੱਕ ਕਰਕੇ ਬਜ਼ੁਰਗ ਤੋਂ ਲੈ ਕੇ ਬੱਚੇ ਤੋਂ ਲੈ ਕੇ ਨੌਜਵਾਨ ਤੱਕ ਹਰ ਕੋਈ ਜੋ ਹੈ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਇਆ ਹੈ। ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਤਿਲ ਸੁੱਟਣ ਦੀ ਜਗ੍ਹਾ ਜੋ ਹੈ ਅੱਜ ਇਸ ਸ਼ਮਸ਼ਾਨ ਘਾਟ ਦੇ ਵਿੱਚ ਨਜ਼ਰ ਨਹੀਂ ਆਉਂਦੀ, ਤਾਂ ਦੇਖਿਆ ਜਾ ਸਕਦਾ ਇੱਕ ਵੱਡਾ ਹਜੂਮ ਲੋਕਾਂ ਦਾ ਪਹੁੰਚਿਆ ਹੋਇਆ ਹੈ। ਪਰਿਵਾਰ ਦੇ ਲਈ ਜੋ ਇੱਕ ਵੱਡਾ ਸਦਮਾ ਹੈ, ਜੋ ਵੱਡਾ ਕਹਿ ਸਕਦੇ ਹਾਂ ਇਹ ਘਾਟਾ ਹੈ, ਨਾ ਪੂਰਾ ਹੋਣ ਵਾਲਾ ਘਾਟਾ। ਸੋ ਉਸ ਨੂੰ ਦੁੱਖ ਨੂੰ ਥੋੜਾ ਘੱਟ ਕਰਨ ਦੇ ਲਈ ਜ਼ਰੂਰ ਲੋਕ ਪਹੁੰਚੇ ਨੇ, ਦੁੱਖ ਦੇ ਵਿੱਚ ਸ਼ਰੀਕ ਹੋਣ ਦੀ ਇੱਕ ਕੋਸ਼ਿਸ਼ ਹੈ। ਪਰ ਇਸ ਤਰ੍ਹਾਂ 7 ਨੌਜਵਾਨਾਂ ਦਾ ਇਸ ਦੁਨੀਆ ਤੋਂ ਚਲੇ ਜਾਣਾ, ਅਣਿਆਈ ਮੌਤ ਮਰ ਜਾਣਾ, ਵਾਕਈ ਦੇ ਵਿੱਚ ਅਣਿਆਈ ਮੌਤ ਹੋ ਜਾਣਾ, ਇਹ ਦਿਲ ਨੂੰ ਵਲੂੰਦਰ ਕੇ ਰੱਖ ਦੇਣ ਵਾਲਾ ਮਾਮਲਾ ਹੈ। ਔਰ ਇਸ ਹਾਦਸੇ ਤੋਂ ਬਾਅਦ ਹਰ ਕੋਈ ਜੋ ਹੈ ਜਿੱਥੇ ਕਿ ਹੈਰਾਨ ਹੈ, ਨਾਲ ਦੀ ਨਾਲ ਪਰੇਸ਼ਾਨ ਵੀ ਨਜ਼ਰ ਆ ਰਿਹਾ, ਕਿਉਂਕਿ ਇੱਕੋ ਪਰਿਵਾਰ ਦੇ 2 ਪੁੱਤਰ ਜੋ ਨੇ ਇਸ ਦੁਨੀਆ ਤੋਂ ਚਲੇ ਗਏ ਤਾਂ ਉਹਨਾਂ ਮਾਪਿਆਂ ਦੇ ਲਈ ਵਾਕਈ ਦੇ ਵਿੱਚ ਇਸ ਵਕਤ ਬੜੀ ਦੁੱਖ ਦੀ ਘੜੀ ਹੈ। ਤਾਂ ਸਮਝਿਆ ਜਾ ਸਕਦਾ ਹੈ ਕਿ ਉਹਨਾਂ ਦਾ ਦੁੱਖ ਸ਼ਾਇਦ ਅਸੀਂ ਨਹੀਂ ਸਮਝ ਸਕਦੇ, ਪਰ ਉਸ ਨੂੰ ਘੱਟ ਕਰਨ ਦੀ ਇੱਕ ਕੋਸ਼ਿਸ਼ ਜ਼ਰੂਰ ਹੈ। ਇਹ ਤਸਵੀਰਾਂ ਬਨੂੜ ਤੋਂ ਸਿੱਧੀ ਤਸਵੀਰ ਸਾਡੇ ਲਈ ਵੀ ਦਿਖਾਉਣਾ ਇਸ ਵਕਤ ਮੁਸ਼ਕਿਲ ਹੋ ਰਿਹਾ, ਕਿਉਂਕਿ ਇਹਨਾਂ ਪਲਾਂ ਨੂੰ ਬਿਆਨ ਕਰਨਾ ਵਾਕਈ ਦੇ ਵਿੱਚ ਇੱਕ ਵੱਡੀ ਚੁਣੌਤੀ ਹੈ, ਬਹੁਤ ਔਖਾ ਹੈ, ਕਿਉਂਕਿ ਇਸ ਦਰਦ ਨੂੰ ਬਿਆਨ ਸ਼ਾਇਦ ਨਹੀਂ ਕੀਤਾ ਜਾ ਸਕਦਾ। ਉਹ ਮਾਪੇ ਜੋ ਸੋਚਦੇ ਨੇ ਕਿ ਬੁੱਢੇ ਪੇਰੇ ਉਹਨਾਂ ਦੇ ਬੱਚੇ ਉਹਨਾਂ ਦੀ ਲਾਠੀ ਬਣਨਗੇ, ਉਹਨਾਂ ਨੂੰ ਸਾਂਭਣਗੇ, ਉਹਨਾਂ ਨੂੰ ਦੁਨੀਆ ਦਿਖਾਉਣਗੇ, ਹੋਰ ਖੁਸ਼ੀਆਂ ਵੰਡਣਗੇ, ਉਹਨਾਂ ਦੀ ਪੀੜ੍ਹੀ ਨੂੰ ਅੱਗੇ ਵਧਾਉਣਗੇ, ਪਰ ਅਜਿਹੇ ਦੇ ਵਿੱਚ ਇਹ ਜੋ ਤਸਵੀਰ ਸਾਹਮਣੇ ਆਈ ਹੈ, ਜੋ ਮਾਮਲਾ ਸਾਹਮਣੇ ਆਇਆ, ਇਸ ਹਾਦਸੇ ਨੇ ਵਾਕਈ ਦੇ ਵਿੱਚ ਕਈ ਸੁਪਨਿਆਂ ਨੂੰ ਇੱਕੋ ਪਲ 'ਚ ਢੇਰ ਕਰ ਦਿੱਤਾ ਹੈ। ਔਰ ਇਹ ਮਾਤਮ ਜੋ ਪਸਰਿਆ ਸੀ ਦੇਖ ਪਾ ਰਹੇ ਹਾਂ ਇਸ ਵੱਡੀ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਜੋ ਹੈ ਉਹ ਪਰਿਵਾਰ ਲਈ ਇਸ ਵਕਤ ਆਪਣੀ ਸਾਂਤਵਨਾ ਦਿੰਦਾ ਹੋਇਆ ਨਜ਼ਰ ਆਉਂਦਾ ਹੈ, ਪਰਿਵਾਰ ਦੇ ਲਈ ਦਿਲਾਸਾ ਦਿੰਦਾ ਹੋਇਆ ਵੀ ਨਜ਼ਰ ਆਉਂਦਾ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹਰ ਕੋਈ ਹੈ, ਪਰ ਆਲਮ ਇਹ ਹੈ ਕਿ ਹੁਣ ਸਮਝਿਆ ਜਾ ਸਕਦਾ ਹੈ ਕਿ ਮਾਪੇ ਜੋ ਨੇ ਉਹ ਕਿਸ ਦੁੱਖ ਦੀ ਘੜੀ 'ਚੋਂ ਗੁਜ਼ਰ ਰਹੇ ਨੇ। ਸੋ ਜਿਨ੍ਹਾਂ ਦੇ 2 ਪੁੱਤਰ ਇਸ ਦੁਨੀਆ ਤੋਂ ਇੱਕੋ ਸਾਰ ਚਲੇ ਗਏ ਹੋਣ ਤਾਂ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਅਲਵਿਦਾ ਦੇਣੀ, ਇਸ ਤਰ੍ਹਾਂ ਉਹਨਾਂ ਨੂੰ ਤੋਰਨਾ ਵਾਕਈ ਦੇ ਵਿੱਚ ਇਸ ਲਈ ਬਹੁਤ ਵੱਡਾ ਜੇਰਾ ਵੀ ਚਾਹੀਦਾ ਹੈ। ਔਰ ਸਮਝਿਆ ਜਾ ਸਕਦਾ ਹੈ ਕਿ ਇਹੀ ਉਮੀਦ ਅਸੀਂ ਵੀ ਕਰਦੇ ਹਾਂ, ਇਹੀ ਅਸੀਂ ਅਰਦਾਸ ਵੀ ਇਹੀ ਕਰਦੇ ਹਾਂ ਕਿ ਇਹ ਵੱਡਾ ਦੁੱਖ ਦਾ ਭਾਣਾ ਵਰਤਿਆ ਜੋ ਇਸ ਦੇ ਲਈ
ਵਾਹਿਗੁਰੂ ਇਹਨਾਂ ਨੂੰ ਬਲ ਬਖਸ਼ੇ, ਇਸ ਲਈ ਹਿੰਮਤ ਦੇਵੇ ਕਿ ਇਸ ਭਾਣੇ ਨੂੰ ਉਹ ਮੰਨਣ। ਸੋ ਵਾਕਈ ਦੇ ਵਿੱਚ ਇਹ ਤਸਵੀਰ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ, ਅੰकुश ਦੇਖ ਪਾ ਰਹੇ ਹਾਂ ਕਿ ਇਸ ਵਕਤ ਸ਼ਵ ਛਈਆ ਜੋ ਤਿਆਰ ਕੀਤੀ ਜਾ ਰਹੀ ਹੈ ਔਰ ਥੋੜੀ ਦੇਰ ਦੇ ਵਿੱਚ ਮੇਰਾ ਖਿਆਲ ਹੈ, ਮੈਂ ਤੁਹਾਡੇ ਤੋਂ ਜਾਣਕਾਰੀ ਚਾਹਾਂਗੀ, ਥੋੜੀ ਦੇਰ ਦੇ ਵਿੱਚ ਜੋ ਹੈ ਅੰਤਿਮ ਵਿਦਾਈ ਦਿੱਤੀ ਜਾਏਗੀ। सो वाकई बड़ी दुख दी घड़ी है इस वक्त। ये देख पा रहे हो कि पूरी तैयारी जो है वो की जा रही है, अंतिम रस्मां जो ने निभाइयां जा रही ने। हर कोई अज इस दुख की घड़ी के शरीक होया है। नौजवान जो ने वो अगे नज़र आ रहे हैं क्योंकि इस तरह 7 नौजवानों का चले जाना हर किसी नूं परेशान कर गया है। गोबिंद सागर झील जो है 7 नौजवानों नूं लै डुब्बी। किते ना किते चूक कित्थे रह गई, किस दी अणगहली सी, इस लिए जिम्मेवार कौन सी, तो ये सवाल शायद सवाल ही रह गए। और ये 7 नौजवान जो डुब्बे ने इन्हां दे परिवारां लई वाकई दे विच इस वक्त ये वड्डी दुख दी घड़ी है और हर कोई अज शरीक हुंदा नज़र आ रहा है। खास तौर पर बनूड़ की गल की जाए तो 7 सिवियां दा इह सेक पूरे बनूड़ दे विच अज देखा जा सकता है। गोबिंद सागर झील दे विच नौजवान जदों डुब जाते हैं तो हुण अंतिम संस्कार उन्हों का किया जाएगा। अंतिम रस्मां जो ने निभाइयां जानियां ने। गमगीन माहौल असीं देख पा रहे हैं और ये तस्वीर नूं बयान करना बहुत औखा इस वक्त हो रहा है क्योंकि ज्यों ज्यों अंतिम रस्मां जो ने वो निभाइयां जा रही ने, खास तौर पर मावां दे लई बहुत औखा है इस वक्त। वड्डा जेरा जो है वो चाहिए हुंदा है। अंकुश तुहाडे तो जानकारी चाहांगे, थोड़ी ही देर दे विच मेरा ख्याल है कि अंतिम विदाई दे दी जाएगी। जी जी मनप्रीत। मनप्रीत बिल्कुल इस वे आखिरी रस्मां हुण निभाण दी काम इत्थे चल रहा है तो बस कुछ ही पलों के जोड़ा इन्हों लंबू लाया जाएगा। 7 जोड़ा मृत देह हैगियां। तस्वीर वेख सकते हो, कपड़े वेख सकते हो, सामने कपड़े तो बैग वेख सकते हो क्योंकि ये तस्वीर बेहद दिल नूं झकझोर देने वाली हैं क्योंकि कोई ज़्यादा वड्डी उम्र नहीं, छोटी उम्र, हले स्कूल जा रहे सीगे बच्चे, कोई 10वीं सीगा पढ़दा, कोई 9वीं पढ़दा सीगा ते इस घटना का शिकार होए ने। ते तस्वीर वेख सकते हो कि बेहद गमगीन तस्वीर जिहड़ी हैगी, चप्पले, जूते, कपड़े ते स्कूल बैग इत्थों तक कि तुसीं वेख सकते हो जिहड़े कि हुण जिहड़े कि तस्वीरां दे विच नज़र आ रहे हैं तो जिहड़े कि हुण इत्थे आखिरी वेले इत्थे लिआया गया, उन्होंने भी जिहड़ा इत्थे पहुँचाया गया तो नाल 7 दे 7 मृत देह इत्थे एक साथ उन्होंने लंबू लाया जाना है। तस्वीर बेहद गमगीन तस्वीर इत्थे नज़र आ रही हैं। हर एक अख जिहड़ी तुसीं देखो कि वो नम नज़र आ रही है। इन्हां परिवारां दे उत्ते जिस तरीके नाल दुखा दा पहाड़ टुटिया ते देख सकते हो कि किस तरीके नाल इत्थे पीड़ित परिवार जिहड़े कि हुण अपने जिहड़े परिजनां नूं, जिहड़े अपने बच्चों नूं जिहड़े आखिरी विदाई दे रहे हैं। ये तस्वीरां वेखो, जूते, कपड़े, बैग वो सब इत्थे पहुँचे ने, सब नूं इत्थे लिआंदा गया ते हुण क्योंकि स्कूल जाते बच्चे सीगे जिहड़े कि सफानी संसार नूं अलविदा कह के गए ने, इस हादसे का शिकार होए ने। तस्वीरां अगर कहिए तो बेहद दुखदाई। असी कल भी जो पहुँचे सीगे, जो घटना बारे पता लग्या तो परिवार के नाल गलबात की तो उन्हों का कहना सीगा कि साडे परिवार के परिवार ही खत्म हो चुके हैं, खत्म हो गए इस हादसे ने। कुछ नहीं साडे घर दे विच रहा। एक परिवार जिस दे 4 बॉडी जो संस्कार एक साथ किया जा रहा है, उन्होंने उत्ते तो अगर कहिए तो एक वड्डा पहाड़ टुटिया क्योंकि घर दे विच हुण कमान वाला भी कोई नहीं बचा। जिहड़ा 35 साल का पवन सीगा, जिहड़ा चाचा इस घटना दे विच सब तो वड्डा उम्र दराज सीगा ते वो जिहड़ा वो कल्ला कमान वाला सीगा परिवार दे विच, लेकिन हुण वो भी नहीं बचिया तो हुण परिवार का भविख की रहेगा ये असी सोच सकते हैं क्योंकि सारे बच्चे जिहड़े मृत हैगे हैं वो सारे ही गरीब परिवार तो संबंध रखते हैं। तो इस घटना दे विच काफ़ी वड्डा जिहड़ा एक सबक सिखाया भी जा रहा है तो दस्सिया भी गया है कि किस तरीके नाल वड्डी घटना हुई है तो किवें अगे सानू अगर
ਭਵਿੱਖ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਹੋਏ ਤਾਂ ਇਸ ਤੋਂ ਸਬਕ ਲੈਣਾ ਬੇहद ਜ਼ਰੂਰੀ ਹੈਗਾ। ਤੇ ਤਸਵੀਰਾਂ ਲਗਾਤਾਰ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਹੁਣ ਅੰਤਿਮ ਸੰਸਕਾਰ ਹੁਣ ਕੀਤਾ ਜਾ ਰਿਹਾ ਹੈ, ਜਿਹੜੇ ਹੁਣ ਅਗਨੀ ਦੇ ਹਵਾਲੇ ਕੀਤਾ ਜਾਣਾ ਹੈ ਤੇ ਅਗਨੀ ਭੇਂਟ ਹੋਣਾ ਹੈ ਤੇ ਹੁਣ ਅੰਤਿਮ ਸੰਸਕਾਰ ਦੀ ਜਿਹੜੀ ਹੈ ਰਸਮਾਂ ਰੀਤਾਂ ਨੂੰ ਉਹ ਨਿਭਾਇਆ ਜਾ ਰਿਹਾ ਹੈ। ਇੱਕ ਸਾਥ 7 ਜੀਆਂ ਦਾ ਜਿਹੜਾ ਅੰਤਿਮ ਸੰਸਕਾਰ ਕਰਨਾ ਪਿੰਡ ਦੇ ਲਈ ਤਾਂ ਔਖਾ ਹੈ ਹੀ ਹੈ ਤੇ ਨਾਲ ਉਹਨਾਂ ਪਰਿਵਾਰਾਂ ਦੇ ਲਈ ਤਾਂ ਬਹੁਤ ਦੁਖਦ ਪਲ ਜਿਹੜਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸਦਾ ਦੇ ਲਈ ਹਨੇਰਾ ਛਾ ਗਿਆ। ਤੇ ਇਸ ਕਮੀ ਨੂੰ ਹੁਣ ਕੋਈ ਪੂਰਾ ਨਹੀਂ ਕਰ ਸਕਦਾ, ਭਾਵੇਂ ਸਰਕਾਰਾਂ ਵੱਲੋਂ ਇਹਨਾਂ ਨੂੰ ਆਰਥਿਕ ਮਦਦ ਦੇਣ ਦੇ ਐਲਾਨ ਕੀਤੇ ਜਾ ਰਹੇ, ਲੇਕਿਨ ਉਹ ਐਲਾਨ ਕਿੰਨੀ ਦੇਰ ਲਈ ਉਹ ਹੋਣਗੇ, ਉਹ 1 ਲੱਖ ਰੁਪਇਆ ਕਿੰਨੀ ਦੇਰ ਤੱਕ ਉਹ ਜਿਹੜਾ ਮਦਦ ਕਰੇਗਾ, ਇਹ ਬੇहद ਮੁਸ਼ਕਲ ਵਾਲਾ ਪਲ ਹੈਗਾ। ਇਹ ਵੇਖ ਸਕਦੇ ਹੋ ਕਿ ਹੁਣ ਜਿਹੜੇ ਪਿੰਡ ਦੇ ਵਾਸੀ ਹੈਗੇ ਹੈ ਉਹ ਸਾਰੇ ਅੰਤਿਮ ਰੂਪ ਇਹਨਾਂ ਨੂੰ ਦੇਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਕਿ ਇੱਕ ਸਾਥ ਸਾਰਿਆਂ ਨੂੰ ਲੰਬੂ ਲਾਇਆ ਜਾ ਸਕੇ। ਬੇहद ਗਮਗੀਨ ਤਸਵੀਰਾਂ ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਬਿਲਕੁਲ ਬਿਲकुल अंकुश बेहद समझा जा अगर सकता है कहिए ते दुखदाई हैगा। जी, जिस तरह तुसी भी कहा है कि सरकार ते प्रशासन दे वल्लों मदद दा हत्थ जो है जरूर बताया गया और खास तौर ते परिवारां दी आर्थिक सहायता की जाएगी, ऐलान किया गया है। ਤਾਂ ਇਹਨਾਂ ਪਰਿਵਾਰਾਂ ਦੇ ਹੰਝੂ ਪੂੰਝਣ ਦੀ ਕੋਸ਼ਿਸ਼ ਸਰਕਾਰਾਂ ਦੇ ਵੱਲੋਂ ਜ਼ਰੂਰ ਕੀਤੀ ਗਈ ਹੈ, ਪਰ ਉੱਥੇ ਹੀ ਜੋ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਵਾਕਈ ਦੇ ਵਿੱਚ ਜੋ ਪੁੱਤਰ ਦੀ ਕਮੀ ਹੈ ਉਹ ਕੋਈ ਪੂਰੀ ਨਹੀਂ ਕਰ ਪਾਏਗਾ। ਸੋ ਇਹ ਵੀ ਇੱਕ ਕਹਿ ਸਕਦੇ ਹਾਂ ਕਿ ਵੱਡੀ ਤਰਾਸਦੀ ਹੈ। ਔਰ ਦੂਜੇ ਪਾਸੇ ਦੇਖ ਪਾ ਰਹੇ ਹਾਂ ਕਿ ਹਰ ਕੋਈ ਜੋ ਹੈ ਇੱਥੇ ਪਹੁੰਚਿਆ ਹੋਇਆ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਰਿਹਾ ਹੈ। ਅੰਤਿਮ ਰਸਮਾਂ ਦੇ ਲਈ ਥੋੜਾ ਹੀ ਸਮਾਂ ਜੋ ਹੈ ਉਹ ਬਾਕੀ ਰਹਿ ਗਿਆ ਸੀ। ਲਗਾਤਾਰ ਆਪਣੇ ਦਰਸ਼ਕਾਂ ਨੂੰ ਇਹ ਤਸਵੀਰਾਂ ਪਹੁੰਚਾ ਰਹੇ ਹਾਂ। ਬੇहद ਭਾਵੁਕ ਪਲ ਨੇ, ਦੁੱਖ ਦੀ ਘੜੀ ਹੈ। ਝੀਲ ਦੇ ਵਿੱਚ ਡੁੱਬਣ ਦੇ ਕਾਰਨ 7 ਜੀਆਂ ਦੀ ਮੌਤ ਹੋ ਗਈ ਹੈ ਔਰ ਇੱਕੋ ਪਰਿਵਾਰ ਦੇ 2 ਸਕੇ ਭਰਾ ਤੇ 4 ਜੀ ਜੋ ਨੇ ਉਹ ਇਸ ਹਾਦਸੇ ਦੀ ਭੇਂਟ ਚੜੇ ਨੇ। ਕਹਿੰਦੇ ਨੇ ਅੰਕੁਸ਼ ਕੇ ਹਾਦਸੇ ਜੋ ਨੇ ਉਹ ਕਿਸੇ ਨੂੰ ਦੱਸ ਕੇ ਨਹੀਂ ਆਉਂਦੇ, ਹਾਦਸੇ ਵਾਪਰ ਜਾਂਦੇ ਨੇ ਔਰ ਇਹ ਹਾਦਸਾ ਵਾਪਰਿਆ ਹੈ ਔਰ ਇਹ ਅਣਿਆਈ ਮੌਤ ਦੇ ਵਿੱਚ 7 ਨੌਜਵਾਨ ਜੋ ਨੇ ਉਹ ਕਹਿ ਸਕਦੇ ਆ ਇਸ ਦੁਨੀਆ ਤੋਂ ਚਲੇ ਗਏ। ਸੋ ਵਾਕਈ ਦੇ ਵਿੱਚ ਹਾਦਸੇ ਕਦੀ ਵੀ ਦੱਸ ਕੇ ਨਹੀਂ ਆਉਂਦੇ, ਲੇਕਿਨ ਜਦੋਂ ਹਾਦਸਾ ਹੁੰਦਾ ਤਾਂ ਉਸ ਤੋਂ ਬਾਅਦ ਬੜਾ ਕੁਝ ਸਾਡੇ ਸਾਹਮਣੇ ਸਵਾਲ ਖੜੇ ਕਰ ਜਾਂਦੇ ਹੈ ਇਸ ਤਰ੍ਹਾਂ ਦੇ ਹਾਦਸੇ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ, ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਹੋਵੇ ਤਾਂ ਉਸ ਦੇ ਲਈ ਸਾਨੂੰ ਸਬਕ ਸਿੱਖਣਾ ਚਾਹੀਦਾ। ਲੇਕਿਨ ਅਕਸਰ ਇਸ ਤਰ੍ਹਾਂ ਦੀ ਤਸਵੀਰਾਂ ਦੇਖਣ ਨੂੰ ਮਿਲੀਆਂ ਜਦੋਂ ਇਸ ਕਿਤੇ ਵੱਡੇ ਹਾਦਸੇ ਵਾਪਰਦੇ ਨੇ। ਹੁਣ ਬਨੂੜ ਦੇ ਇਸ ਪਿੰਡ ਦੇ ਉੱਤੇ ਅਗਰ ਕਹੀਏ ਪਹਾੜ ਟੁੱਟ ਕੇ ਗਿਰਿਆ ਤੇ ਇੱਕ ਸਾਥ ਜਿਹੜੇ 7 ਜਿਹੜੇ ਜੀਆਂ ਦੀ ਮੌਤ ਹੋਈ ਹੈ, ਇੱਕ ਘਰ ਦੇ 4 ਜੀਆਂ ਨੂੰ ਇੱਕ ਸਾਥ ਜਿਹੜਾ ਲੰਬੂ ਲਾਇਆ ਜਾਣਾ ਹੈ ਤੇ ਉਹਨਾਂ ਦੀ ਮ੍ਰਿਤ ਦੇਹਾਂ ਵੀ ਹੁਣ ਬਸ ਕੁਝ ਹੀ ਪਲਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਅਗਨੀ ਭੇਂਟ ਕੀਤਾ ਜਾਣਾ ਹੈ। ਤਸਵੀਰਾਂ ਵੇਖ ਸਕਦੇ ਹੋ, ਬੇहद ਗਮਗੀਨ ਮਾਹੌਲ ਲਗਾਤਾਰ ਅਸੀਂ ਆਪਣੇ ਤਸਵੀਰਾਂ ਦੇ ਰਾਹੀਂ ਆਪਣੇ ਦਰਸ਼ਕਾਂ ਕੋਲ ਪਹੁੰਚਾ ਰਹੇ ਹਾਂ। ਹਰ ਅੱਖ ਭਾਵੇਂ ਉਹ ਇਸ ਪਿੰਡ ਦੀ ਹੈਗੀ ਹੈ, ਭਾਵੇਂ ਇਸ ਸ਼ਹਿਰ ਦੀ ਹੈਗੀ ਹੈ ਜਾਂ ਟੀਵੀ ਤੇ ਬੈਠੇ ਉਹ ਹਜ਼ਾਰਾਂ ਲੱਖਾਂ ਦਰਸ਼ਕ ਜਿਹੜੇ ਕਿ ਇਹਨਾਂ ਤਸਵੀਰਾਂ ਨੂੰ ਲਾਈਵ ਦੇਖ ਰਹੇ ਹੋ, ਉਹਨਾਂ ਦੀ ਅੱਖਾਂ ਵੀ ਅਗਰ ਕਹੀਏ ਤਾਂ ਬਲੁੰਦਰੀਆਂ ਹੋਈਆਂ ਕਿਉਂਕਿ ਪਲ ਬੇहद ਜਿਹੜਾ ਦੁਖਦਾਈ ਹੈਗਾ ਤੇ ਇਸ ਵੇਲੇ ਪਰਿਵਾਰਾਂ ਨੂੰ ਸਾਹਮਣਾ ਬੇहद ਔਖਾ ਹੁੰਦਾ ਜਾ ਰਿਹਾ ਹੈ ਕਿਉਂਕਿ ਇੱਕ ਸਾਥ ਪਰਿਵਾਰ ਦੇ 7 ਜੀਆਂ ਦੀ ਜਿਹੜੀ ਹੈ ਉਹ ਮੌਤ ਹੋਈ ਹੈ, ਜਿਹੜੇ 4 ਜੀਆਂ ਦੀ ਮੌਤ ਹੋਈ ਹੈ ਤੇ ਦੂਸਰੇ ਘਰ ਦੇ ਵਿੱਚ ਇੱਕ ਪਿਓ ਪੁੱਤ ਦੀ ਵੀ ਮੌਤ ਹੋਈ ਹੈ। ਉਹ ਵੀ ਬੇहद ਜਿਹੜਾ ਦਰਦਨਾਕ ਅਗਰ ਕਹੀਏ ਤਾਂ ਇੱਕ ਚੀਜ਼ ਹੈਗੀ ਹੈ, ਇਸ ਘਟਨਾ ਦੇ ਨਾਲ ਜੁੜੀ ਹੋਈ ਚੀਜ਼ ਹੈਗੀ ਹੈ ਕਿ ਜਿਹੜੇ ਇੱਕ ਘਰ ਦੇ ਵਿੱਚ 4 ਜੀਆਂ ਦੀ ਮੌਤ ਹੋਈ ਉਸ ਦੇ ਵਿੱਚ ਇੱਕ ਪਿਓ ਪੁੱਤ ਹੈਗਾ ਤੇ 2 ਉਸਦੇ ਭਤੀਜੇ ਹੈਗੇ। ਯਾਨੀ ਕਿ ਅਗਰ ਕਹੀਏ ਤਾਂ ਇੱਕ ਪਿਓ ਪੁੱਤ ਜਿਹੜਾ ਗਿਆ ਹੈ ਉਹਨਾਂ ਦੇ ਜਿਹੜੇ ਵਾਈਫ ਹੈਗੇ ਹੈ ਜਾਂ ਉਹਦੀ ਬੱਚੇ ਦੀ ਮਦਰ ਹੈਗੀ ਉਹਦੇ ਨਾਲ ਕੀ ਬੀਤੇਗੀ, ਉਹ ਕਿਸ ਤਰੀਕੇ ਨਾਲ ਅੱਗੇ ਪੂਰੀ ਜ਼ਿੰਦਗੀ ਜੀਣਗੇ ਕਿਉਂਕਿ ਕੋਈ ਜ਼ਿਆਦਾ ਵੱਡੀ ਉਮਰਾਂ ਨਹੀਂ ਸੀਗੀ, ਪਰ ਛੋਟੀ ਉਮਰਾਂ ਦੇ ਹੀ ਬੱਚੇ ਸੀਗੇ ਜਿਹੜੇ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ, ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਅੱਗੇ ਪੂਰੀ ਜ਼ਿੰਦਗੀ ਕਿਵੇਂ ਉਹਨਾਂ ਵੱਲੋਂ ਜੀਵੀ ਜਾਵੇਗੀ ਇਹ ਹੁਣ ਵੱਡਾ ਸਵਾਲ ਹੈਗਾ। ਤੇ ਤਸਵੀਰਾਂ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਕੋਲ ਲਾਈਵ ਪਹੁੰਚਾ ਰਹੇ ਹਾਂ।
ਤੇ ਬੇहद ਮੁਸ਼ਕਲ ਪਲ ਸਾਡੇ ਲਈ ਵੀ ਇਹ ਆਪਣੇ ਦਰਸ਼ਕਾਂ ਕੋਲ ਪਹੁੰਚਾਉਣਾ ਸਾਡੇ ਲਈ ਵੀ ਬੇहद ਮੁਸ਼ਕਲ ਹੈਗਾ, ਲੇਕਿਨ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਤੱਕ ਇਹਨਾਂ ਤਸਵੀਰਾਂ ਨੂੰ ਪਹੁੰਚਾ ਰਹੇ, ਕਿਉਂਕਿ ਇਸ ਤਸਵੀਰਾਂ ਸਾਨੂੰ ਸਬਕ ਵੀ ਸਿਖਾ ਰਹੀਆਂ ਤੇ ਸਾਨੂੰ ਅਗਾਹ ਵੀ ਕਰ ਰਹੀਆਂ ਕਿ ਅੱਗੇ ਤੋਂ ਇਸ ਤਰੀਕੇ ਦੀ ਕੋਈ ਘਟਨਾ ਨਾ ਵਾਪਰੇ। ਇਸ ਲਈ ਸਾਨੂੰ ਕਿਸ ਤਰੀਕੇ ਨਾਲ ਇਸ ਤੋਂ ਸਿੱਖ ਲੈਣੀ ਚਾਹੀਦੀ ਹੈ ਤੇ ਇਕੱਠੇ ਜਿਹੜਾ ਇੱਕ ਸਾਥ ਜਿਹੜੇ 7 ਜੀਆਂ ਦਾ ਅੰਤਿਮ ਸੰਸਕਾਰ ਹੁਣ ਕੀਤਾ ਜਾ ਰਿਹਾ ਹੈ। ਬੇहद ਦਰਦ ਭਰਾ ਮਾਹੌਲ ਹੈਗਾ ਤੇ ਮੰਦਭਾਗੀ ਘਟਨਾ ਜਿਹੜੀ ਕੱਲ ਵਾਪਰੀ ਹੈਗੀ ਉਹਨਾਂ ਦੇ ਵਿੱਚ ਉਸ ਤੋਂ ਕਿਸ ਤਰੀਕੇ ਨਾਲ ਹੁਣ ਹਰ ਇੱਕ ਅੱਖ ਨਮ ਹੋਈ ਹੈ। ਕੱਲ ਵੀ ਜਦੋਂ ਅਸੀਂ ਇੱਥੇ ਪਹੁੰਚੇ ਸੀਗੇ ਅਸੀਂ ਪੀੜਿਤ ਪਰਿਵਾਰਾਂ ਦੇ ਨਾਲ ਗੱਲ ਕੀਤੀ। ਇੱਕ ਬੱਚੇ ਦੇ ਜਿਹੜੇ ਸ਼ਿਵਾ ਹੈਗਾ ਜਿਹੜਾ ਕਿ ਮਹਿਜ਼ 14 ਸਾਲ ਦਾ ਸੀਗਾ ਜਿਸ ਦੀ ਮੌਤ ਹੋਈ, ਉਸਦੇ ਦਾਦਾ ਦਾ ਕਹਿਣਾ ਸੀਗਾ ਕਿ ਸ਼ਿਵਾ ਮੈਨੂੰ ਵੀ ਕਹਿ ਕੇ ਗਿਆ ਕਿ ਦਾਦਾ ਅਗਲੀ ਵਾਰ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ, ਤੁਸੀਂ ਵੀ ਅਗਲੀ ਵਾਰ ਸਾਡੇ ਨਾਲ ਜਾਓਗੇ। ਲੇਕਿਨ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਅਗਲੀ ਵਾਰ ਕਿਹੜਾ ਅਗਲੀ ਵਾਰ, ਕਿਉਂਕਿ ਇਹ ਵਾਰ ਹੀ ਹੁਣ ਖਤਮ ਕਰ ਦਿੱਤਾ ਗਿਆ। ਇਸ ਫਾਨੀ ਸੰਸਾਰ ਨੂੰ ਹੀ ਅਲਵਿਦਾ ਕਹਿ ਗਏ ਨੇ ਬੱਚੇ ਤੇ ਆਖਰੀ ਪਲ ਸੀਗੇ ਉਹਨਾਂ ਦੇ ਨਾਲ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਦੇ ਜਿਹੜੇ ਕਿ ਇਸ ਘਟਨਾ ਤੋਂ ਬਾਅਦ ਉਹ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਤੇ ਤਸਵੀਰਾਂ ਬੇहद ਗਮਗੀਨ ਤੇ ਜਿਹੜੀ ਹੈਗੀ ਹੈ ਹਰ ਇੱਕ ਅੱਖ ਜਿਹੜੀ ਨਮ ਨਜ਼ਰ ਆ ਰਹੀ ਤੇ ਇੱਕ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਪਿਤਾ ਜੀ ਹੈਗੇ ਆ ਇਹਨਾਂ ਦਾ ਬੇਟਾ ਵੀ ਸੀਗਾ ਕਿ ਉਹ ਵੀ ਨਾਲ ਸੀਗਾ। ਕੀ ਨਾਮ ਸੀਗਾ ਬੇਟੇ ਦਾ? ਵਿਸ਼ਾਲ। ਕਿੰਨੀ ਕੁ ਉਮਰ ਸੀਗੀ? 18 ਸਾਲ ਦਾ। 17 ਸਾਲ। ਤੇ ਜਦੋਂ ਗਏ ਸੀ ਘਰੋਂ ਕੀ ਕਹਿ ਕੇ ਗਏ ਸੀਗੇ? ਇਹੀ ਕਹਿ ਕੇ ਗਏ ਸੀ ਜੀ ਮੰਮੀ ਮੈਂ ਬੈਫ ਨਵੀਂ ਕਢਵਾਈ ਹੈ ਹੁਣ ਤੇ ਮੈਂ ਹੁਣ ਮਾਤਾ ਕੇ ਮੱਥਾ ਟੇਕਣ ਜਾਣਾ ਬੈਫ ਲੈ ਕੇ ਵੀ ਪਹਿਲਾਂ ਅਸੀਂ ਗੱਡੀਆਂ ਗੁੱਡੀਆਂ ਮਾ ਧੱਕੇ ਖਾਂਦੇ ਤੇ ਹੁਣ ਆਪਣੀ ਯਾਰ ਦੋਸਤਾਂ ਨਾਲ ਜਾਵਾਂਗੇ। ਹਾਂ ਕਿਸ਼ਤਾਂ ਤੇ ਲੈ ਕੇ ਦੇਤੀ, ਚਲੋ ਕੋਈ ਨਹੀਂ ਹੌਲੀ ਹੌਲੀ ਨਾਲ ਮਿਲ ਕੇ ਤੇ ਉੱਤਰ ਕਿਸ਼ਤਾਂ ਲਾਈ ਜਾਵਾਂਗੇ। ਇਹ ਜਿਹੜੀ ਜਾਣਕਾਰੀ ਮਿਲ ਰਹੀ ਹੈ ਇਹਨਾਂ ਨੇ ਉਹਨੇ ਨਵੀਂ ਜਿਹੜੀ ਬਾਈਕ ਵਿਸ਼ਾਲ ਨੂੰ ਲੈ ਕੇ ਦਿੱਤੀ ਸੀਗੀ ਤੇ ਨਹੀਂ ਪਤਾ ਸੀਗਾ ਕਿ ਉਹ ਬਾਈਕ ਅਗਰ ਜਿਹੜੀ ਲੈ ਕੇ ਦੇ ਰਹੇ ਜਿਸ ਤੇ ਉਹ ਮਾਤਾ ਦੇ ਦਰਬਾਰ ਤੇ ਮੱਥਾ ਟੇਕਣ ਜਾ ਰਿਹਾ ਹੈ ਉਹ ਆਖਰੀ ਮੌਕਾ ਇਹਨਾਂ ਨਾਲ ਗੱਲਬਾਤ ਕਰਨ ਦਾ ਹੋਏਗਾ। ਪੜ੍ਹਨ ਲਿਖਣ ਦੇ ਵਿੱਚ ਕਿਸ ਤਰੀਕੇ ਦਾ ਸੀ? ਮੂੰਹ ਬਹੁਤ ਤੇਜ਼ ਤਾਂ ਮੁੰਡਾ ਸੀ, ਤੇਜ਼ ਤਾਂ ਮੂੰਹ ਵੀ ਠੀਕ ਦਾ ਕੰਮ 7 ਪੜ੍ਹਿਆ ਤਾਂ 7ਵੀਂ ਪਾਸ ਦਾ ਜੀ। ਹਾਂ ਕੰਮ ਕਰਨਾ ਬਹੁਤ ਹੁਸ਼ਿਆਰੀ ਦਾ ਜੀ। ਚਾਚਾ ਹੈ ਕੋਲ। ਹਾਂ ਤੇ ਜਦੋਂ ਪਤਾ ਲੱਗਿਆ ਸੀ ਤੁਹਾਨੂੰ ਕਿਸ ਤਰੀਕੇ ਨਾਲ ਪਤਾ ਲੱਗਿਆ ਸੀ ਕਿ ਇਹ ਦੱਸਦਾ ਸੀ ਕਿ ਮੁੰਡਾ ਡੁੱਬ ਗਿਆ ਤੁਹਾਡਾ? ਨਹੀਂ ਸਾਨੂੰ ਤਾਂ ਇਹੀ ਪਤਾ ਲੱਗਿਆ ਜੀ ਇਸ ਤਰ੍ਹਾਂ ਕਰਕੇ ਹਾਦਸਾ ਹੋਇਆ ਜੀ ਵੀ ਬੇੜਾ ਡੁੱਬ ਗਿਆ ਜੀ। ਬਈ ਬੱਚਿਆਂ ਦੇ ਬਾਰੇ ਕੋਈ ਪਤਾ ਦੱਸਿਆ ਨਹੀਂ ਹੈ। ਉਹ ਕਹਿੰਦੇ ਵੀ ਡੈਡ ਬੋਡੀਆਂ ਕੱਢ ਲੀਆਂ ਵੀ ਹਸਪੀਟਲ ਮਾ ਆਕਸੀਜਨ लगे हुए हैं भी सवेरे पता लगेगा। ਸਾਨੂੰ पता लगा 6 ਵਜੇ 5:30 ਵਜੇ। ਮੈਂ ਖੁਦ ਢਾਬੇ ਪਰ ਨੌਕਰੀ ਕਰਦਾ ਭਾਂਡੇ ਧੋਂਦਾ ਜੀ ਨਾਲੇ ਐਮਡੀ ਗੇਟ ਆ। ਮੈਨੂੰ ਖੁਦ ਸ਼ਾਮ ਨੂੰ 5 ਵਜੇ ਪਤਾ ਲੱਗਿਆ। ਇਹ ਹਾਦਸੇ ਕੋਈ ਪਤਾ ਨਹੀਂ ਜੀ ਕਦ ਹੋਇਆ ਵਾ ਕਦ ਨਹੀਂ, ਇੰਨੇ ਸਾਨੂੰ ਕੋਈ ਜਾਣਕਾਰੀ ਨਹੀਂ। ਇਹ ਚੀਜ਼ ਨਹੀਂ ਦੱਸੀ ਵੀ ਇਹਦੀ ਡੈਥ ਹੋ ਗਈ। ਇਹਨਾਂ ਨੂੰ ਇਹ ਵੀ ਤੇ ਮਨਪ੍ਰੀਤ ਇੱਕ ਚੀਜ਼ ਹੋਰ ਇਹ ਦੱਸ ਰਹੇ ਨੇ ਕਿ ਇਹਨਾਂ ਨੂੰ ਇਹ ਚੀਜ਼ ਨਹੀਂ ਦੱਸੀ ਗਈ ਸੀ ਕਿ ਇਹਨਾਂ ਦੇ ਬੇਟੇ ਦੀ ਮੌਤ ਹੋ ਚੁੱਕੀ। ਵਿਸ਼ਾਲ ਇਸ ਦੁਨੀਆ ਨੂੰ ਰੁਖਸਤ ਕਰ ਚੁੱਕਿਆ ਹੈ। ਇਹਨਾਂ ਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਉੱਥੇ ਵੱਡਾ ਹਾਦਸਾ ਵਾਪਰਿਆ, ਤੁਸੀਂ ਜਲਦੀ ਪਹੁੰਚ ਜਾਓ। ਜਦੋਂ ਤੁਸੀਂ ਉੱਥੇ ਪਹੁੰਚੇ ਸੀਗੇ ਤੇ ਉਸ ਵੇਲੇ ਮੌਤ ਹੋ ਚੁੱਕੀ ਸੀ? ਨਹੀਂ ਅਸੀਂ ਤਾਂ ਸਵੇਰੇ ਗਏ ਤੇ ਕੱਲ ਸਾਡੇ ਤੋਂ ਪਹਿਲਾਂ ਦੂਜੀ ਗੱਡੀ ਲੰਘੀ ਸੀਗੀਆਂ। ਫਿਰ ਮੈਂ ਨਹੀਂ ਜਾ ਸਕਿਆ ਗੈਲੀ। ਫਿਰ ਮੈਂ ਸਵੇਰੇ ਘਰ ਤੇ ਅੱਜ ਗਿਆ ਜੀ ਗੱਡੀਆਂ ਬਾਕੀ ਬੰਦੇ ਗਏ ਵੀ। ਹੁਣ ਜਿੱਦਾਂ ਬਾਕੀ ਦੇ ਮਾਪਿਓ 6 ਬੰਦੇ ਆਉਣਗੇ ਹੀ ਅਸੀਂ ਉਨਕੇ ਗਏ ਜੀ। ਸਾਡੇ ਨਾਲ ਵਿਸ਼ਾਲ ਦੇ ਚਾਚਾ ਵੀ ਹੈਗੇ। ਜਦੋਂ ਇਹ ਪਤਾ ਲੱਗਿਆ ਸੀ ਤੁਸੀਂ ਉੱਥੇ ਗਏ ਸੀ? ਨਹੀਂ ਜੀ ਅਸੀਂ ਨਹੀਂ ਗਏ ਸੀ, ਸਵੇਰੇ ਨਾ ਸਾਰੇ ਗਏ ਆ, ਕੱਲ ਹੈ ਨਹੀਂ। ਕੱਲ ਜਦ ਉੱਥੇ ਸਾਡੇ ਬੰਦੇ ਨੈਣਾ ਦੇਵੀ ਕੁਛ ਤੋਂ ਗਏ ਹੋਏ ਸੀ ਜੀ, ਉੱਥੇ ਦੇ ਉੱਥੇ ਬਾਹਰੋਂ ਬਾਹਰ ਬੰਦੇ ਪਹੁੰਚ ਗਏ ਜੀ। ਜਦ ਇੱਥੇ ਕਾਲ ਆਈ ਫਿਰ ਬੰਦੇ ਬਾਅਦ ਚ ਇੱਥੋਂ ਗਏ ਆ। ਜਦ ਉੱਥੇ ਗਏ ਫਿਰ ਉੱਥੇ ਗੋਤਾਖੋਰ ਬੁਲਾਏ ਆ ਜੀ, ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ, ਮਦਦ ਹੋਈ ਹੈ ਜੀ। ਫਿਰ ਗੋਤਾਖੋਰਾਂ ਨੇ ਕੱਢਿਆ ਜੀ, ਫਿਰ ਹਸਪੀਟਲ ਭੇਜੇ ਗਿਆ ਜੀ। ਫਿਰ ਰਾਤ ਨੂੰ ਅਸੀਂ ਸਾਡੇ ਬੰਦੇ ਕੁਛ ਆ ਗਏ ਜੀ ਇੱਥੇ, ਹਾਂ ਪੋਸਟਮਾਰਟਮ ਵਾਸਤੇ ਭੇਜਤੇ ਗਏ ਜੀ। ਫਿਰ ਸਵੇਰੇ ਬੰਦੇ ਇੱਥੋਂ ਗਏ ਆ, ਫਿਰ ਸਾਨੂੰ ਡੈੱਡ ਬੋਡੀ ਮਿਲੀ ਹੈ ਜੀ। ਤੇ ਹਾਦਸਾ ਵਾਪਰਿਆ ਕਿਵੇਂ ਦੱਸਿਆ ਜਿਹੜੇ ਉਹਨਾਂ ਦੇ ਨਾਲ ਸੀ? ਹਾਂ ਜੀ ਉਹਨਾਂ ਨੇ ਇਹੀ ਦੱਸਿਆ ਵੀ ਨਦੀ ਪਾਰ ਕਰ ਲਈ ਤੀ, ਨਹਾਉਣ ਲੱਗੇ ਇੱਕ ਮੁੰਡੇ ਦਾ ਵਿੱਚ ਨਹਾਉਣ ਵੜ ਗਿਆ, ਥੱਲੇ ਦੇਖਿਆ ਹੈ ਨਹੀਂ ਦਲਦਲ ਦੀ ਥੱਲੇ, ਉਹ ਥੱਲੇ ਗੜਦਾ ਚਲਾ ਗਿਆ। ਇੱਕ ਦੂਜੇ ਨੂੰ ਫੜਨ ਲੱਗੇ, ਫੜਦੇ ਚੈਨ ਬਣਾ ਲਈ, ਇੱਕ ਦੂਜੇ ਦੇ ਨਾਲ ਧਿਸਲਦੇ ਸਾਰੇ ਵਿੱਚ ਗਿਰ ਗਏ। ਫਿਰ ਜਿਹੜਾ 8ਵਾਂ ਬੰਦਾ ਸੀ ਉਹਨੂੰ ਰੱਸੀ ਪਾ ਕੇ ਬਾਹਰ ਖਿੱਚਿਆ ਗਿਆ ਜੀ। ਫਿਰ ਹੋਰ ਬੰਦੇ ਇਕੱਠੇ ਹੋ ਗਏ, ਪ੍ਰਸ਼ਾਸਨ ਆ ਗਿਆ, ਮੀਡੀਆ ਵਾਲੇ ਪਹੁੰਚ ਗਏ, ਉੱਥੇ ਬਚਾਇਆ ਗਿਆ। ਗੋਤਾਖੋਰਾਂ ਨੇ ਆ ਕੇ ਫਿਰ ਕੱਢਿਆ ਜੀ ਉਹਨਾਂ ਨੂੰ। ਜਦੋਂ ਕੱਢੋ ਤਾਂ ਹੋ ਹੀ ਗਿਆ ਸੀ, ਡੈਡ ਹੀ ਹੋ ਗਏ ਸੀ ਜਦੋਂ ਕੱਢਿਆ ਹਨਾ। ਜਦੋਂ ਉਹਨੂੰ ਕੱਢਿਆ ਨਾ
ਉਸ ਟਾਈਮ ਉਹ ਡੈੱਡ ਹੋ ਚੁੱਕੇ ਸੀ ਬੱਚੇ। ਠੀਕ ਹੈ ਜੀ, ਡੈੱਡ ਹੋ ਗਏ। ਪ੍ਰਸ਼ਾਸਨ ਨੇ ਫਿਰ ਗੋਤਾਖੋਰ ਬੁਲਾਇਆ, ਜੋ ਵੀ ਸਿਸਟਮ ਕੀਤਾ ਉਹਨਾਂ ਨੇ, ਸਿਸਟਮ ਕਰਕੇ ਉਹਨਾਂ ਨੂੰ ਕਦੀ ਸੋਚਿਆ ਸੀਗਾ ਕਿ ਇੱਥੇ ਇਸ ਥਾਂ ਤੇ ਇੱਕ ਸਾਥ ਹੈ ਮੇਰਾ ਭਾਣਜਾ ਹੈ, ਮੇਰਾ ਜਵਾਈ ਹੈ, ਮੇਰੇ ਵੱਡੇ ਭਰਾ ਦਾ ਜਵਾਈ ਹੈ ਇਹ। ਠੀਕ ਹੈ ਜੀ, ਤੇ ਮੇਰਾ ਭਾਣਜਾ ਸੀ ਉਹ। ਠੀਕ ਹੈ ਜੀ, ਬਹੁਤ ਲਾਇਕ ਬੱਚਾ ਸੀ ਇਹ ਵਿਚਾਰਾ ਦੋਤਾ। ਇਹ ਵਿਚਾਰਾ ਬਹੁਤ ਮਿਹਨਤੀ ਹੈ ਜਵਾਈ ਸਾਡਾ। ਅਪਾਹਿਜ ਹੋਣ ਦੇ ਬਾਵਜੂਦ ਵਿਚਾਰਾ ਕਿਤੇ ਕਿਤੇ ਭਾਂਡੇ ਮਾਂਜਦਾ, ਕਿਤੇ ਕੀ ਕਰਦਾ। ਬਹੁਤ ਮਿਹਨਤੀ ਹੈ, ਬਹੁਤ ਮਿਹਨਤ ਕਰਕੇ ਬੱਚੇ ਪੜ੍ਹਾਏ ਸੀ ਇਹਨੇ, ਹਰ ਬੱਚਾ ਪੜ੍ਹਨ 'ਚ ਲਾਇਕ ਸੀ। ਸਰਕਾਰਾਂ ਵੱਲੋਂ ਨਾ ਮਦਦ ਦਾ ਐਲਾਨ ਕੀਤਾ ਗਿਆ ਹੈ, ਉਹ ਮਦਦ ਜਾਇਜ਼ ਮੰਨਦੇ ਹੋ? क्या पता हूँ की रहेगी क्या नहीं। बाकी उसे हिमाचल सरकार ने देखा कुछ नहीं, किसी ने पूछा। जो कागजी कार्रवाई वो करी थी, बाकी किसी ने कोई कुछ नहीं, कुछ ना की चाह ना पानी ना रोटी। वो भी जेडे मोहाली के गड्डियाँ गई सीगियां उन्होंने लिया के मतलब चाह पिलाई है, पानी उन्होंने लिया के पिलाया। जी हिमाचल की सरकार है उन्हें कुछ नहीं किसी ने पूछा भी तुसी चाह पियो या रोटी खाओ या कुछ बैठो या किसी सारी कोई समस्या है। वो उत्थे कुछ नहीं है, सिर्फ उत्थे तहसीलदार साहब आए थे, वो पैकेट दे के गए। पैकेट के विच कोई पता नहीं क्या है तो क्या नहीं। ਹੁਣ ਇੱਕ ਸਾਥ ਸਭ ਨੂੰ ਲੰਮੂ ਲਾਇਆ ਜਾਣਾ। हाँ जी, एक साथ मौत हुई, एक साथ जावेगा जी। ਕਿੰਨਾ ਵੱਡਾ ਦੁੱਖ ਹੈ। दुख तो ये है कि बच्चा कमाने वाला था जी। ਇਕੱਲਾ ਮੁੰਡਾ ਸੀਗਾ? मैंने बच्चे तो 3 है जी। ਜੀ एक तो ब्याह के जुदा होया भाई, ਅੱਛਾ एक पढ़ रहा 11वीं माई। ਅੱਛਾ ये माड़ा मोटा हूँ मेरा साथ देना होना था जी। मेरी उम्र काफ़ी हो चली, 40-45 साल के लगभग हो चली है जी। मैं भी हूँ कहाँ दिहाड़ी दुप्पा करन जोगा है ही नहीं। हूँ ये मुंडा मैंने साथ देने जोगा था जी। मतलब महीने का 8-7 हज़ार रुपया फैक्ट्री में लगे हुआ था, कमा लेंदा था जी। हूँ वो भी मेरा सहारा गया, मेरे तो हूँ भुखे मरने वाला काम हो जाएगा जी। मैं सारे के सारे मजदूर आई। ਸੋ ਬਿਲਕੁਲ ਹਰ ਕਿਸੇ ਤੋਂ ਅਸੀਂ ਗੱਲ ਕਰ ਰਹੇ ਹਾਂ। ਉਹ ਪਿਓ ਸੀਗਾ ਜਿਸ ਦਾ ਜਿਹੜਾ ਕਿ ਮੰਦਭਾਗਾ ਪਿਓ ਅਗਰ ਕਹੀਏ ਤੇ, ਕਿਉਂਕਿ ਇਹਨਾਂ ਦੇ ਮੁੰਡੇ ਨੇ ਹੁਣ ਇਹਨਾਂ ਦਾ ਸਾਥ ਦੇਣਾ ਸੀ, ਇਹਨਾਂ ਦੇ ਕੰਧੇ ਕਰਨੇ ਸੀਗੇ ਤੇ ਕੰਧਾ ਬੰਨਣਾ ਸੀਗਾ, ਬਾਹ ਬੰਨਣਾ ਸੀਗਾ। ਲੇਕਿਨ ਉਸ ਤੋਂ ਪਹਿਲਾਂ ਹੀ ਉਹ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਵਿਸ਼ਾਲ ਜਿਹੜਾ ਇਹਨਾਂ ਦਾ ਮੁੰਡਾ ਦੱਸੇ 16-17 ਸਾਲ ਜਿਸ ਦੀ ਉਮਰ ਸੀਗੀ, ਉਹ ਵੀ ਇਸ ਘਟਨਾ ਦਾ ਸ਼ਿਕਾਰ ਹੋਇਆ। ਤੇ ਹੁਣ ਵੇਖ ਸਕਦੇ ਹੋ ਕਿ ਹੁਣ ਅੰਤਿਮ ਸੰਸਕਾਰ ਜਿਹੜਾ ਹੁਣ ਸਭ ਦਾ ਕੀਤਾ ਜਾਣਾ। ਇੱਕ ਸਾਥ ਸਭ ਨੂੰ ਜਿਹੜਾ ਸਭ ਨੂੰ ਅਗਨੀ ਭੇਂਟ ਕੀਤਾ ਜਾ ਰਿਹਾ ਹੈ। ਵੇਖ ਸਕਦੇ ਹੋ ਤਸਵੀਰਾਂ ਬੇਹੱਦ ਜਿਹੜੀ ਹੈ ਦਰਦਨਾਕ ਤਸਵੀਰਾਂ ਜਿਹੜੀ ਕਿ ਇੱਥੇ ਦੇਖਣ ਨੂੰ ਮਿਲ ਰਹੀਆਂ। ਤੇ ਇਹ ਤਸਵੀਰਾਂ ਜਿਹੜੀ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਤੇ ਜਿੱਥੇ ਹੁਣ ਜਿਹੜਾ ਅੰਤਿਮ ਸੰਸਕਾਰ ਹੁਣ ਸਭ ਦਾ ਇੱਕ ਸਾਥ ਕੀਤਾ ਜਾਣਾ ਤੇ ਅੰਤਿਮ ਰਸਮਾਂ ਨਿਭਾਈਆਂ ਗਈਆਂ। ਕੱਪੜੇ ਵੇਖ ਸਕਦੇ ਹੋ ਤੁਸੀਂ, ਸਕੂਲ ਬੈਗ ਵੇਖ ਸਕਦੇ ਹੋ ਨਾਲ ਸਾਰਿਆਂ ਦੇ, ਕਿਉਂਕਿ ਸਾਰੇ ਸਕੂਲ ਜਾਣ ਵਾਲੇ ਜਵਾਕ ਸੀਗੇ। 16-17 ਸਾਲ, ਕਿਸੇ ਦੀ ਉਮਰ 13 ਸਾਲ, ਕਿਸੇ ਦੀ ਉਮਰ 17 ਸਾਲ, ਇੱਕ 35 ਸਾਲ ਦਾ ਜਿਹੜਾ ਨੌਜਵਾਨ ਸੀਗਾ ਪਵਨ, ਜਿਹੜਾ ਕਿ ਇਹਨਾਂ ਸਭ ਤੋਂ ਜ਼ਿਆਦਾ ਉਮਰ ਦਰਾਜ਼ ਸੀਗਾ ਤੇ ਉਹ ਵੀ ਜਿਹੜਾ ਇਸ ਘਟਨਾ ਦਾ ਸ਼ਿਕਾਰ ਹੋਇਆ। ਉਹਦਾ ਖੁਦ ਦਾ ਮੁੰਡਾ ਵੀ ਇਸ ਘਟਨਾ ਦਾ ਵੀ ਸ਼ਿਕਾਰ ਹੋਇਆ। ਉਹ ਪਿਓ ਪੁੱਤ ਅਗਰ ਕਹੀਏ ਤੇ ਉਹ ਇਸ ਘਟਨਾ ਦੇ ਸ਼ਿਕਾਰ ਹੋਏ ਨੇ। ਇੱਕੋ ਪਰਿਵਾਰ ਦੇ ਜਿਹੜੇ 4 ਜੀ ਦੱਸੇ ਜਾ ਰਹੇ, ਉਹ ਵੀ ਉਹਨਾਂ ਘਰਾਂ ਦੇ ਵਿੱਚੋਂ ਹੀ ਸੀਗੇ। ਹੁਣ ਇਹ ਤਸਵੀਰਾਂ ਵੇਖੋ, ਬੇਹੱਦ ਜਿਹੜੀ ਹੈ ਭਾਵੁਕ ਪਲ ਹੈਗੇ ਹੈ ਕਿ ਇੱਕ ਸਾਥ 7 ਸ਼ਵਾਂ ਦਾ ਜਿਹੜਾ ਸੰਸਕਾਰ ਹੁਣ ਕੀਤਾ ਜਾਣਾ ਹੈ। ਤਸਵੀਰਾਂ ਬੇਹੱਦ ਦਰਦਨਾਕ ਅਗਰ ਕਹੀਏ ਤੇ ਹੁਣ ਅਸੀਂ ਵਿਖਾ ਰਹੇ ਹਾਂ ਕਿ ਜਿੱਥੇ ਇਸ ਵੇਲੇ ਇਕੱਠੀਆਂ ਜਿਹੜੀਆਂ ਬੋਡੀਜ਼ ਦਾ ਹੁਣ ਅੰਤਿਮ ਸੰਸਕਾਰ ਕੀਤਾ ਜਾਣਾ। ਇੱਕ ਸਾਥ ਹੁਣ ਸਭ ਨੂੰ ਜਿਹੜਾ ਅਗਨੀ ਭੇਂਟ ਕੀਤਾ ਜਾ ਰਿਹਾ। ਅੰਤਿਮ ਸੰਸਕਾਰ ਸਭ ਦਾ ਹੋ ਰਿਹਾ। ਬਿਲਕੁਲ ਬਿਲਕੁਲ ਅੰਕੁਸ਼, 7 ਸਿਵਿਆਂ ਦਾ ਸੇਕ ਵਾਕਿਆ ਦੇ ਵਿੱਚ ਇਹ ਸੌਖਾ ਨਹੀਂ ਹੈ। ਇਹ ਕਹਿਣਾ ਵੀ ਬਹੁਤ ਔਖਾ ਹੈ ਕਿਉਂਕਿ ਇਸ ਤਰ੍ਹਾਂ 7 ਨੌਜਵਾਨਾਂ ਨੂੰ ਅਗਨੀ ਭੇਂਟ ਕੀਤਾ ਜਾਣਾ ਔਰ ਇਲਾਕੇ ਦੇ ਵਿੱਚ ਵੀ ਇਸ ਵਕਤ ਮਾਹੌਲ ਕਾਫੀ ਗਮਗੀਨ ਹੈ ਜੋ ਅਸੀਂ ਦੇਖ ਪਾ ਰਹੇ ਹਾਂ। ਔਰ ਜਿਸ ਤਰ੍ਹਾਂ ਤੁਸੀਂ ਗੱਲਬਾਤ ਵੀ ਕੀਤੀ ਹੈ ਖਾਸ ਤੌਰ ਤੇ ਵਿਸ਼ਾਲ ਦੇ ਪਿਤਾ ਜੀ ਨਾਲ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੇਰਾ ਸਭ ਕੁਝ ਲੁੱਟ ਗਿਆ। ਸੋ ਵਾਕਿਆ ਦੇ ਵਿੱਚ ਕਿਉਂਕਿ ਇੱਕ ਪਿਤਾ ਜੋ ਖੁਦ ਦਿਵਿਆਂਗ ਹੈ ਔਰ ਅਜਿਹੇ ਦੇ ਵਿੱਚ ਖੁਦ ਉਹ ਚੱਲਣ ਫਿਰਨ ਦੇ ਸਮਰੱਥ ਜ਼ਿਆਦਾ ਨਹੀਂ ਹੈਗੇ, ਕਿਸੇ ਢਾਬੇ ਤੇ ਉਹ ਕੰਮ ਕਰਦੇ ਨੇ ਔਰ ਅਜਿਹੇ ਦੇ ਵਿੱਚ ਇਹ ਵੀ ਬਹੁਤ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਬੇਹੱਦ ਦੁਖਦਾਈ ਇਹ ਪਲ ਹੈ ਕਿ ਸਮਝਿਆ ਜਾ ਸਕਦਾ ਕਿ ਮਾਪੇ ਜੋ ਨੇ ਖਾਸ ਤੌਰ ਤੇ ਉਹ ਪਿਓ ਜਿਸ ਦਾ ਸਭ ਕੁਝ ਉਜੜ ਗਿਆ। ਜਿਸ ਵੱਲੋਂ ਕਿਹਾ ਜਾ ਰਿਹਾ ਕਿ ਮੁੰਡਾ ਜੋ ਹੈ ਦਿਹਾੜੀ ਕਰਨ ਜੋਗਾ ਹੋ ਗਿਆ ਸੀ, 16 ਕੁ ਸਾਲ ਦੀ ਉਮਰ ਸੀ। ਸੋ ਅਜਿਹੇ ਦੇ ਵਿੱਚ
ਕਈਆਂ ਦੇ ਲਈ, ਕਈਆਂ ਦੇ ਰੋਜ਼ੀ ਰੋਟੀ ਦਾ ਜੋ ਮਸਲਾ ਸੀ ਅੰਕੁਸ਼, ਉਹ ਖੜਾ ਹੋ ਗਿਆ। ਸੋ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿ ਮਾਪਿਆਂ ਦੇ ਲਈ ਜਿਨ੍ਹਾਂ ਦੇ ਬੁੱਢੇ ਬਰੇ ਦੀ ਡੰਗੋਰੀ ਇਹਨਾਂ ਬੱਚਿਆਂ ਨੇ ਬਣਨਾ ਸੀ, ਸੋ ਉਹਨਾਂ ਦੇ ਲਈ ਬਹੁਤ ਵੱਡਾ ਘਾਟਾ ਹੈ। ਕਿਉਂਕਿ ਹੁਣ ਕਿਸ ਦੇ ਵੱਲ ਉਹ ਦੇਖਣਗੇ, ਕਿਸ ਤੋਂ ਉਹ ਆਸ ਰੱਖਣਗੇ, ਕਿਸ ਦੇ ਵੱਲ ਤੱਕਣਗੇ। ਸੋ ਇਹ ਬੇहद ਗੰਭੀਰ ਮਸਲਾ ਹੈ। ਔਰ ਅਸੀਂ ਦੇਖ ਪਾ ਰਹੇ ਹਾਂ ਕਿ ਹੁਣ ਅਗਨ ਭੇਂਟ ਜੋ ਹੈ ਇਹਨਾਂ ਮ੍ਰਿਤਕ ਦੇਹਾਂ ਨੂੰ ਕੀਤਾ ਜਾਏਗਾ। 7 ਨੌਜਵਾਨ ਜੋ ਨੇ ਜੋ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ, ਇਹ ਹਾਦਸਾ, ਇਹ ਪਾਣੀ ਜੋ ਇਹਨਾਂ ਨੂੰ ਬਹਾ ਲੈ ਗਿਆ ਇਸ ਪੂਰੀ ਦੁਨੀਆ ਤੋਂ। ਸੋ ਹੁਣ ਸਮਝਿਆ ਜਾ ਸਕਦਾ ਹੈ ਕਿ ਥੋੜੀ ਦੇਰ ਦੇ ਬਾਅਦ ਜਿੱਥੇ ਅੰਤਿਮ ਰਸਮਾਂ ਜੋ ਨੇ ਉਹਨਾਂ ਨੂੰ ਅੰਤਿਮ ਰੂਪ ਦਿੱਤਾ ਜਾਏਗਾ, ਪਰ ਬਾਵਜੂਦ ਇਸ ਦੇ ਅੰਕੁਸ਼ ਇਹ ਪੂਰਾ ਹਾਦਸਾ ਜੋ ਹੈ ਕਈਆਂ ਨੂੰ ਸਬਕ ਦੇ ਗਿਆ। ਔਰ ਨਾਲ ਦੀ ਨਾਲ ਅੱਜ ਹਰ ਕੋਈ ਜਿੱਥੇ ਹੈਰਾਨ ਹੈ ਤਾਂ ਉੱਥੇ ਹੀ ਵਾਕਏ ਦੇ ਵਿੱਚ ਹਰ ਕੋਈ ਭਾਵੁਕ ਵੀ ਨਜ਼ਰ ਆ ਰਿਹਾ ਅੰਕੁਸ਼। ਕੋਈ ਨਹੀਂ ਰਹਿਣ ਦੇ, ਇੱਕ ਮਿੰਟ। ਉਹ ਤਾਂ ਜ਼ਾਹਰ ਨਹੀਂ ਜਾਣਾ ਪਿੱਛੇ। शुरू हो गया अंतिम संस्कार सबका? मैं कहा शुरू हो गया। हाँ हाँ, वो कॉल कटी हुई है ना। ਤਾਂ ਇਹ ਤਸਵੀਰ ਵਾਕਈ ਦੇ ਵਿੱਚ ਤੁਸੀਂ ਇਸ ਵਕਤ ਦੇਖ ਪਾ ਰਹੇ ਹੋ ਕਿ ਅੰਤਿਮ ਰਸਮਾਂ ਜੋ ਨੇ ਉਹ ਨਿਭਾਈਆਂ ਜਾ ਰਹੀਆਂ ਨੇ। ਅੰਤਿਮ ਤਸਵੀਰ ਦੇਖ ਪਾ ਰਹੇ ਹੋ। ਬਹੁਤ ਔਖਾ ਹੈ, ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਆਪਣੀ ਪੂਰੀ ਦੀ ਪੂਰੀ ਪੀੜ੍ਹੀ ਨੂੰ, ਆਪਣੇ ਪੂਰੇ ਕੁੱਲ ਨੂੰ ਹੀ ਇਸ ਤਰ੍ਹਾਂ ਲਾਂਬੂ ਲਾਉਣਾ। ਤਾਂ ਸਮਝਿਆ ਜਾ ਸਕਦਾ ਹੈ ਕਿ ਜਿਸ ਘਰ ਦੇ 2 ਬੱਚੇ ਜੋ ਸਕੇ ਭਰਾ ਜੋ ਨੇ ਉਹ ਗਏ ਨੇ, ਤਾਂ ਉਸ ਘਰ ਦਾ ਸਭ ਕੁਝ ਉਜੜ ਗਿਆ ਹੈ। ਤਾਂ ਹੁਣ ਅੰਤਿਮ ਇਹ ਤਸਵੀਰ ਜੋ ਹੈ ਇੱਕ ਦਿਲ ਨੂੰ ਦਿਲਾਸਾ ਦੇਣ ਦੇ ਲਈ ਕਿ ਹੁਣ ਉਹ ਲੋਕ, ਉਹ ਬੱਚੇ ਜੋ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਸਨ, ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ। ਹੁਣ ਉਹ ਇਸ ਦੁਨੀਆ ਤੋਂ ਚਲੇ ਗਏ ਨੇ। ਸੋ ਇਹ ਦਿਲ ਨੂੰ ਦਿਲਾਸਾ ਦੇਣ ਦੇ ਲਈ ਇਹ ਅੰਤਿਮ ਸਾਰੀ ਰਸਮਾਂ, ਇਹ ਕਿਰਿਆ ਜੋ ਨਿਭਾਈ ਜਾਂਦੀ ਹੈ, ਜੋ ਪਿੱਛੋਂ ਹੀ ਪਹਿਲਾਂ ਤੋਂ ਹੀ ਜੋ ਦਸਤੂਰ ਚੱਲਿਆ ਆ ਰਿਹਾ, ਜੋ ਕਹਿ ਸਕਦੇ ਹਾਂ ਜੋ ਪਰੰਪਰਾ ਹੈ, ਤਾਂ ਉਸ ਦੇ ਹਿਸਾਬ ਦੇ ਨਾਲ ਚੱਲਿਆ ਜਾਂਦਾ ਹੈ। ਔਰ ਇਹ ਪਾਣਾ ਮੰਨਣ ਦਾ ਬਲ ਇਹਨਾਂ ਪਰਿਵਾਰਾਂ ਨੂੰ ਵਾਹਿਗੁਰੂ ਬਖਸ਼ੇ, ਇਹੀ ਅਸੀਂ ਵੀ ਅਰਦਾਸ ਕਰਦੇ ਹਾਂ। ਸੋ ਬਨੂੜ ਦੇ ਸ਼ਮਸ਼ਾਨ ਘਾਟ ਦੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ, ਜਿੱਥੇ ਕਿ 7 ਸਿਵੇ ਇੱਕ ਸਾਰ ਅੱਜ ਬਲਦੇ ਨਜ਼ਰ ਆ ਰਹੇ ਨੇ। ਪਰ ਨਾਲ ਦੀ ਨਾਲ ਇਹਨਾਂ ਸਿਵਿਆਂ ਦੇ ਸੇਕ ਦੇ ਵਿੱਚ ਉਹ ਪਰਿਵਾਰ ਵੀ ਮੌਜੂਦ ਨੇ ਜਿਨ੍ਹਾਂ ਦਾ ਅੱਜ ਸ਼ਾਇਦ ਸਭ ਕੁਝ ਲੁੱਟ ਗਿਆ। ਤਾਂ ਇਹ ਤਸਵੀਰ ਵਾਕਈ ਦੇ ਵਿੱਚ ਇਸ ਨੂੰ ਬਿਆਨ ਕਰਨਾ, ਇਸ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ। ਇਹ ਜੋ ਤਸਵੀਰ ਉੱਕਰਦੀ ਇਸ ਵਕਤ ਨਜ਼ਰ ਆ ਰਹੀ ਹੈ, ਤਾਂ ਬਨੂੜ ਦੇ ਸ਼ਮਸ਼ਾਨ ਘਾਟ 'ਚ ਇਸ ਵਕਤ ਗਮਗੀਨ ਮਾਹੌਲ ਦੇਖਿਆ ਜਾ ਰਿਹਾ ਹੈ। ਹਰ ਕੋਈ ਜੋ ਹੈ ਪਰਿਵਾਰ ਨੂੰ ਦਿਲਾਸਾ ਦੇਣ ਦੇ ਵਿੱਚ ਲੱਗਿਆ ਹੈ। ਉਹ ਮਾਪੇ ਜਿਨ੍ਹਾਂ ਨੇ ਕਈ ਸੁਪਨੇ ਸੰਜੋਏ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਕਈ ਸੁਪਨੇ ਵੇਖੇ, ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਇਸ ਪੂਰੀ ਦੌੜ ਦੇ ਵਿੱਚ ਉਹ ਲੱਗੇ ਰਹੇ ਕਿ ਸ਼ਾਇਦ ਕੱਲ ਨੂੰ ਉਹਨਾਂ ਦੇ ਹਾਲਾਤ ਸੁਧਰਨਗੇ, ਉਹਨਾਂ ਦੇ ਬੱਚੇ ਵੱਡੇ ਹੋ ਕੇ ਕਮਾਉਣਗੇ ਤੇ ਉਹਨਾਂ ਦੀ ਜ਼ਿੰਦਗੀ ਥੋੜੀ ਸੌਖੀ ਹੋ ਜਾਏਗੀ, ਥੋੜੀ ਸੁਖਾਲੀ ਜ਼ਰੂਰ ਹੋਏਗੀ। ਸੋ ਇਹ ਸੁਪਨੇ ਸੀ ਜਿਨ੍ਹਾਂ ਦੀ ਤੰਦ ਟੁੱਟ ਗਈ ਹੈ। ਸੋ ਵਾਕਈ 'ਚ ਹੁਣ ਜੋ ਇਹ ਸਿਵੇ ਬਲ ਰਹੇ ਨੇ, ਪਰਿਵਾਰ ਦੇ ਲਈ ਇਹ ਅਖੀਰਲਾ ਸਮਾਂ ਹੈ। ਔਰ ਦੇਖਿਆ ਜਾ ਸਕਦਾ ਹੈ ਪਰਿਵਾਰ ਵਾਸਤੇ ਇਸ ਨੂੰ ਮਹਿਸੂਸ ਕਰ ਸਕਦਾ ਹੈ ਕਿ ਹੁਣ ਅਖੀਰਲਾ ਸਮਾਂ ਹੈ ਔਰ ਉਹਨਾਂ ਦੇ ਜਵਾਨ ਪੁੱਤ ਜੋ ਨੇ ਇਸ ਦੁਨੀਆ 'ਚ ਨਹੀਂ ਰਹੇ। ਬਹੁਤ ਔਖਾ ਹੈ ਹਾਲਾਂਕਿ ਮਾਪਿਆਂ ਦੇ ਲਈ ਆਪਣੇ ਹੀ ਪੁੱਤਰ ਦੇ ਸਿਵੇ ਨੂੰ ਦੇਖਣਾ
ਇਸ ਤਰ੍ਹਾਂ ਸਿਵੇ ਦੇ ਇਸ ਸੇਕ ਨੂੰ ਮਹਿਸੂਸ ਕਰਨਾ, ਤੇ ਦੂਜੇ ਬੰਨੇ ਬੜਾ ਵੱਡਾ ਜੇਰਾ ਚਾਹੀਦਾ ਹੁੰਦਾ ਹੈ। ਔਰ ਮਾਪੇ ਕਹਿ ਰਹੇ ਨੇ ਕਿ ਉਹਨਾਂ ਦਾ ਸਭ ਕੁਝ ਹੀ ਲੁੱਟਿਆ ਗਿਆ, ਕਿਉਂਕਿ ਬੜੀ ਗਰੀਬੀ 'ਚ ਗੁਰਬਤ 'ਚ ਉਹਨਾਂ ਪਹਿਲਾਂ ਹੀ ਜ਼ਿੰਦਗੀ ਬਿਤਾਈ ਹੈ, ਉਹਨਾਂ ਜ਼ਿੰਦਗੀ ਕੱਟੀ ਕਰ ਰਹੇ ਸਨ। ਤੇ ਹੁਣ ਇਹਨਾਂ ਬੱਚਿਆਂ ਦੇ ਜੋ 16 ਸਾਲ ਦੀ ਉਮਰ, 14 ਸਾਲ ਦੀ ਉਮਰ, 18 ਸਾਲ ਦੀ ਉਮਰ, ਤਾਂ ਉਹ ਸੋਚ ਰਹੇ ਸੀ ਕਿ ਇਹਨਾਂ ਦੇ ਸਹਾਰੇ ਉਹਨਾਂ ਦੀ ਜ਼ਿੰਦਗੀ ਥੋੜੀ ਹੋਰ ਚੰਗੀ ਹੋ ਜਾਏਗੀ, ਸ਼ਾਇਦ ਆਉਣ ਵਾਲਾ ਸਮਾਂ ਜੋ ਹੈ ਉਹਨਾਂ ਦਾ ਚੰਗਾ ਆਏਗਾ। ਪਰ ਨਹੀਂ, ਉਹ ਸੁਪਨੇ ਜੋ ਨੇ ਇਸ ਇੱਕ ਹਾਦਸੇ ਨੇ, ਇਸ ਪੂਰੇ ਹਾਦਸੇ ਨੇ ਢਹਿ ਢੇਰੀ ਕਰ ਦਿੱਤੇ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਹਾਦਸੇ ਜੋ ਨੇ ਉਹ ਕਿਸੇ ਨੂੰ ਦੱਸ ਕੇ ਨਹੀਂ ਆਉਂਦੇ, ਔਰ ਹਾਦਸੇ ਜੋ ਨੇ ਉਹ ਅਕਸਰ ਵਾਪਰ ਜਾਇਆ ਕਰਦੇ ਨੇ, ਔਰ ਇਹ ਹਾਦਸੇ ਵਾਪਰ ਗਏ। ਔਰ ਇਹ ਹਾਦਸਾ ਜੋ ਵਾਪਰਿਆ, ਇਸ ਨੇ ਪਰਿਵਾਰਾਂ ਦਾ ਸੁੱਖ ਚੈਨ ਨਾਲ ਦੀ ਨਾਲ ਸਭ ਕੁਝ ਕਹਿ ਸਕਦੇ ਹਾਂ ਕਿ ਤਬਾਹ ਕਰ ਦਿੱਤਾ। ਕਈ ਉਮੀਦਾਂ ਜੋ ਨੇ ਉਹ ਢਹਿ ਢੇਰੀ ਕਰ ਦਿੱਤੀਆਂ। ਸੋ ਉਹ ਮਾਂ ਜਿਸ ਨੇ ਸੋਚਿਆ ਸੀ ਕਿ ਵੱਡੇ ਹੋ ਕੇ ਉਹ ਆਪਣੇ ਪੁੱਤਰ ਦੇ ਸਹਾਰੇ ਜੀਏਗੀ, ਪਰ ਪੁੱਤਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ। ਵਾਕਈ ਦੇ ਵਿੱਚ ਬਹੁਤ ਦੁੱਖ ਦੀ ਘੜੀ ਹੈ। ਇਸ ਪਲ ਹਰ ਕੋਈ ਇਸ ਦੁੱਖ ਦੇ ਵਿੱਚ ਸ਼ਰੀਕ ਹੁੰਦਾ ਨਜ਼ਰ ਆ ਰਿਹਾ ਹੈ। ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਨੇ, ਇਹ ਸਿਵੇ ਜੋ ਨੇ ਉਹ ਬਲ ਰਹੇ ਨੇ, ਪਰ ਇਹਨਾਂ ਦਾ ਸੇਕ ਜੋ ਹੈ ਅੱਜ ਪੂਰੇ ਬਨੂੜ ਨੂੰ ਲੱਗਿਆ ਨਜ਼ਰ ਆ ਰਿਹਾ ਹੈ। ਬਨੂੜ ਦੀ ਹਰ ਅੱਖ ਨਮ ਹੈ, ਔਰ ਨਾਲ ਦੀ ਨਾਲ ਹਰ ਕੋਈ ਭਾਵੁਕ ਹੈ, ਕਿਉਂਕਿ ਬਹੁਤ ਵੱਡਾ ਭਾਣਾ ਇਹ ਵਰਤਿਆ। 7 ਨੌਜਵਾਨ ਇਕੱਠੇ ਇਸ ਦੁਨੀਆ ਤੋਂ ਚਲੇ ਗਏ, ਜਿਨ੍ਹਾਂ ਦੇ ਵਿੱਚ ਇੱਕ ਪਿਓ ਪੁੱਤ ਸੀ ਤੇ ਦੂਜੇ 2 ਸਕੇ ਭਰਾ, ਔਰ ਪਰਿਵਾਰ ਦੇ ਇੱਕੋ ਜੀ 4 ਮੈਂਬਰ ਇੱਕੋ ਪਰਿਵਾਰ ਦੇ ਇਸ ਤਰ੍ਹਾਂ ਚਲੇ ਜਾਣਾ, ਉਸ ਪਰਿਵਾਰ ਦੇ ਲਈ ਇੱਕ ਵੱਡਾ ਉਜਾੜਾ, ਇੱਕ ਵੱਡਾ ਨਾ ਪੂਰਾ ਹੋਣ ਵਾਲਾ ਇਹ ਘਾਟਾ। ਤਾਂ ਝੀਲ ਦੇ ਵਿੱਚ ਡੁੱਬਣ ਨਾਲ ਇਹਨਾਂ 7 ਨੌਜਵਾਨਾਂ ਦੀ ਮੌਤ ਹੋਈ, ਜਿਸ ਤੋਂ ਬਾਅਦ ਹੁਣ ਹਰ ਪਾਸੇ ਮਾਤਮ ਪਸਰਿਆ ਹੈ, ਹਰ ਪਾਸੇ ਸन्नाटा ਤੇ ਚੁੱਪ ਪਸਰੀ ਹੈ। ਹਰ ਕੋਈ ਬਸ ਇਹੀ ਗੱਲ ਤੇ ਗੌਰ ਕਰ ਰਿਹਾ ਹੈ, ਇਹੀ ਸਵਾਲ ਕਰ ਰਿਹਾ ਕਿ ਆਖਰ ਇਹ ਭਾਣਾ ਕਿਉਂ ਵਰਤਿਆ। ਤਾਂ ਇਹ ਹਾਦਸਾ ਜੋ ਹੈ ਕਈ ਤਰ੍ਹਾਂ ਦਾ ਸਬਕ ਜੋ ਹੈ ਉਹ ਵੀ ਦਿੰਦਾ ਨਜ਼ਰ ਆ ਰਿਹਾ ਕਿ ਸਾਵਧਾਨੀ ਜ਼ਰੂਰੀ ਹੈ। ਕਹਿੰਦੇ ਨੇ ਜੋ ਤੈਰਾਕ ਹੁੰਦੇ ਨੇ ਅਕਸਰ ਉਹੀ ਡੁੱਬਦੇ ਨੇ। ਸੋ ਕਈ ਵਾਰੀ ਚਾਹੇ ਤੈਰਨਾ ਆਉਂਦਾ ਵੀ ਹੋਵੇ, ਚਾਹੇ ਤੁਸੀਂ ਕਿੰਨੇ ਵੀ ਵੱਡੇ ਤੈਰਾਕ ਹੋਵੋ, ਪਾਣੀ ਦਾ ਤੇਜ਼ ਵਹਾਅ ਜੋ ਹੈ ਉਹ ਲਹਿਰ ਉੜਦਾ ਹੈ। ਸੋ ਇਹੀ ਕਿਤਨਾ ਕਿਤੇ ਹੋਇਆ ਇਸ ਪੂਰੀ ਘਟਨਾ ਦੇ ਵਿੱਚ ਵੀ, ਇਸ ਪੂਰੇ ਹਾਦਸੇ ਦੇ ਵਿੱਚ ਜ਼ੋਰ ਬੜਾ ਲਾਇਆ 4 ਨੌਜਵਾਨ ਜੋ ਕਿ ਸ਼ਾਇਦ ਜਿਨ੍ਹਾਂ ਦੀ ਕਹਿ ਸਕਦੇ ਹਾਂ ਕਿ ਵੱਧ ਲਿਖੀ ਸੀ ਉਹ ਬਚ ਗਏ, ਤੇ ਬਾਕੀ ਦੇ ਇਹ 7 ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਤੇ ਹੁਣ ਅੰਤਿਮ ਵਿਦਾਈ ਜੋ ਹੈ ਉਹ ਪਰਿਵਾਰਕ ਮੈਂਬਰਾਂ ਵੱਲੋਂ, ਸ਼ਰੀਕੇ ਭਾਈਚਾਰੇ ਵੱਲੋਂ ਤੇ ਇਲਾਕਾ ਵਾਸੀਆਂ ਦੇ ਵੱਲੋਂ ਦਿੱਤੀ ਜਾ ਰਹੀ ਹੈ। ਵਿਧਾਇਕ ਨੀਨਾ ਮਿੱਤਲ ਜੋ ਨੇ ਉਹ ਇੱਥੇ ਪਹੁੰਚੇ, ਉਹਨਾਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਸਰਕਾਰ ਤੇ ਪ੍ਰਸ਼ਾਸਨ ਆਪਣੇ ਵੱਲੋਂ ਆਰਥਿਕ ਮਦਦ ਦੀ ਗੱਲ ਆਖ ਰਿਹਾ ਹੈ, ਐਲਾਨ ਕੀਤੇ ਗਏ ਨੇ, ਐਲਾਨ ਹੋਏਗਾ ਉਸ ਤੋਂ ਬਾਅਦ ਮੁਆਵਜ਼ਾ ਵੀ ਦਿੱਤਾ ਜਾਏਗਾ, ਪਰ ਸ਼ਾਇਦ ਉਹ ਪੈਸੇ ਪੁੱਤਰਾਂ ਦੀ ਕਮੀ ਨੂੰ ਪੂਰਾ ਨਹੀਂ ਕਰ ਪਾਉਣਗੇ। ਵਾਕਈ ਦੇ ਵਿੱਚ ਪੈਸੇ ਜੋ ਨੇ ਉਹ ਪੁੱਤਰਾਂ ਦੀ ਥਾਂ ਨਹੀਂ ਲੈ ਸਕਦੇ। ਸੋ ਇਹ ਤਸਵੀਰ ਦੇਖ ਪਾ ਰਹੇ ਹੋ ਕਿ ਹਰ ਕੋਈ ਇਸ ਵਕਤ ਇਹ ਸੋਚਣ ਨੂੰ ਮਜਬੂਰ ਹੈ ਕਿ ਆਖਰ ਇਹ ਵੱਡਾ ਭਾਣਾ ਕਿੰਜ ਵਾਪਰਿਆ ਤੇ ਵਾਪਰਿਆ ਹੀ ਕਿਉਂ। ਤਾਂ ਕਈ ਵਾਰੀ ਮਾਵਾਂ ਜੋ ਨੇ ਉਹ ਇਸ ਮੌਕੇ ਆਪਣੇ ਕਿਰਨੇ ਜਦੋਂ ਪਾਉਂਦੀਆਂ ਨੇ, ਦੁੱਖ ਜਦੋਂ ਆਪਣਾ ਮਨ ਜਦੋਂ ਹੌਲਾ ਕਰਦੀਆਂ ਨੇ, ਤਾਂ ਇਹ ਵੀ ਕਹਿੰਦੇ ਨੇ ਕਿ ਇਸ ਨਾਲੋਂ ਤਾਂ ਇਹ ਪੁੱਤਰ ਪੈਦਾ ਹੀ ਨਾ ਹੁੰਦਾ ਕਿ ਜਦੋਂ ਇਸ ਨੇ ਇਸ ਉਮਰੇ ਟੁਰ ਜਾਣਾ ਸੀ। ਤਾਂ ਜਵਾਨ ਜਹਾਨ ਜਦੋਂ ਪੁੱਤਰ ਦੁਨੀਆ ਤੋਂ ਤੁਰ ਜਾਂਦੇ ਨੇ, ਜਿਨ੍ਹਾਂ ਨੇ ਹਲੇ ਜ਼ਿੰਦਗੀ ਜੀ ਨਹੀਂ ਹੈ, ਜਿਨ੍ਹਾਂ ਨੇ ਹਲੇ ਜ਼ਿੰਦਗੀ ਦਾ ਕੁਝ ਦੇਖਿਆ ਨਹੀਂ, ਸੋ ਉਹਨਾਂ ਦੇ ਲਈ ਬਹੁਤ ਔਖਾ ਇਹ ਪਲ ਹੁੰਦਾ ਹੈ। ਅਰੁਣ, ਲਾਭ ਸਿੰਘ, ਲਖਵੀਰ, ਪਵਨ, ਰਮਨ, ਸ਼ਿਵਾ ਤੇ ਵਿਸ਼ਾਲ, ਬਾਜ਼ੀਗਰ ਭਾਈਚਾਰੇ ਦੇ ਨਾਲ ਸੰਬੰਧਿਤ ਇਹ ਸਾਰੇ ਜੀ। ਔਰ ਇੱਥੇ ਦੱਸ ਦਈਏ ਕਿ 4 ਜਣੇ ਇੱਕੋ ਪਰਿਵਾਰ ਦੇ, 2 ਸਕੇ ਭਰਾ। ਤਾਂ ਉਸ ਮਾਂ ਦੇ ਲਈ, ਉਸ ਬਾਪ ਦੇ ਲਈ ਵਾਕਈ ਦੇ ਵਿੱਚ ਬਹੁਤ ਵੱਡਾ ਇਹ ਦੁੱਖਾਂ ਦਾ ਪਹਾੜ ਜੋ ਡਿੱਗਿਆ ਹੈ, ਕਿ ਇਸ ਦਰਦ ਨੂੰ ਸ਼ਾਇਦ ਅਸੀਂ ਜਾਂ ਤੁਸੀਂ ਮਹਿਸੂਸ ਨਹੀਂ ਕਰ ਸਕਦੇ, ਪਰ ਜ਼ਰੂਰ ਸਮਝਿਆ ਜਾ ਸਕਦਾ ਹੈ ਕਿ ਹੁਣ ਕਿਸ ਤਰ੍ਹਾਂ ਜੋ ਹੈ ਉਹ ਸੁਚੇਤ ਰਿਹਾ ਜਾਏ, ਸਾਵਧਾਨੀ ਕਿਸ ਤਰ੍ਹਾਂ ਵਰਤੀ ਜਾਏ। ਪਰ ਕਹਿੰਦੇ ਨੇ ਹੋਣੀ ਨੂੰ ਕੌਣ ਟਾਲ ਸਕਦਾ। ਦੂਜੇ ਪਾਸੇ ਜੇ ਅਸੀਂ ਆਪਣੀਆਂ ਅਖਾਣਾਂ ਦੀ ਗੱਲ ਕਰੀ ਜਾਵੇ ਤਾਂ ਹੋਣੀ ਨੂੰ ਕੋਈ ਨਹੀਂ ਟਾਲ ਸਕਿਆ। ਤਾਂ ਹੋਣੀ ਜੋ ਹੈ ਉਹ ਵਾਪਰਦੀ ਹੈ, ਔਰ ਇਹ ਪਾਣੀ ਦਾ ਵਹਾਅ ਕਿਤੇ ਨਾ ਕਿਤੇ ਕਾਲ ਬਣ ਕੇ ਇਹਨਾਂ ਨੌਜਵਾਨਾਂ ਲਈ ਆਇਆ, ਔਰ 7 ਨੌਜਵਾਨ ਮੌਤ ਦੇ ਮੂੰਹ ਚਲੇ ਗਏ।
ਵਾਕਈ 'ਚ ਗਮਗੀਨ ਮਾਹੌਲ ਇਸ ਵਕਤ ਬਨੂੜ ਦੇ ਇਸ ਸ਼ਮਸ਼ਾਨ ਘਾਟ 'ਚ ਦੇਖਿਆ ਜਾ ਸਕਦਾ ਹੈ ਔਰ ਝੀਲ 'ਚ ਡੁੱਬਣ ਨਾਲ 7 ਜੀਆਂ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹਰ ਕਿਸੇ ਦੀ ਅੱਖ ਨਮ ਹੈ ਔਰ ਸੁੰਨ ਪਸਰੀ ਨਜ਼ਰ ਆ ਰਹੀ ਹੈ। अंकुश महाजन मेरे सहयोगी लगातार साडे तक ये तस्वीरां पहुंचा रहे ने। अंकुश, अंतिम रस्मां जो ने वो निभाईयां जा रही ने, वाकई दे विच हर कोई भावुक है जी। बिल्कुल, हर अख बेहद भावुक नज़र आ रही है। अंतिम संस्कार हुण सारिਆਂ ਦੇ ਹੋ ਗਏ ਨੇ, ਹੁਣ ਲੰਬੂ ਲਾ ਦਿੱਤਾ ਗਿਆ ਤੇ ਉਹ ਲਾ ਦਿੱਤਾ ਗਿਆ ਤੇ ਤਸਵੀਰਾਂ ਵੇਖ ਸਕਦੇ ਹੋ। ਤੇ ਤਸਵੀਰਾਂ ਵੇਖ ਸਕਦੇ ਹੋ ਕਿ ਤੁਸੀਂ ਇਸ ਵੇਲੇ ਜਿਹੜਾ ਹੁਣ ਲੰਬੂ ਸਭ ਨੂੰ ਲਾ ਦਿੱਤਾ ਗਿਆ ਤੇ ਹਰ ਅੱਖ ਨਮ ਹੈਗੀ ਹੈ ਤੇ ਅਖੀਰਲੀ ਵਾਰ ਹੁਣ ਇਹਨਾਂ ਆਪਣੇ 7 ਜੀਆਂ ਨੂੰ ਜਿਹੜੀ ਹੁਣ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਪਰਿਵਾਰਾਂ ਵੱਲੋਂ, ਪਿੰਡ ਵਾਸੀਆਂ ਵੱਲੋਂ, ਬਨੂੜ ਵਾਸੀਆਂ ਵੱਲੋਂ ਅਗਰ ਕਹੀਏ ਤੇ ਵੇਖ ਸਕਦੇ ਹੋ ਕਿ ਮੈਂ ਛੋਟੀ ਜੀ ਥਾਂ ਤੇ ਇੱਕ ਸਾਥ ਜਿਹੜਾ 7 ਜੀਆਂ ਦਾ ਇੱਕ ਸਾਥ ਅੰਤਿਮ ਸੰਸਕਾਰ ਕੀਤਾ ਗਿਆ। ਬੇहद ਭਾਵੁਕ ਪਲ ਹੈਗੇ ਹੈ। ਲਗਾਤਾਰ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਸਾਂਝੇ ਕਰ ਰਹੇ ਹਾਂ ਤਸਵੀਰਾਂ ਨੂੰ ਕਿ ਜਿੱਥੇ ਇਸ ਵੇਲੇ ਜਿਹੜਾ ਅੰਤਿਮ ਸੰਸਕਾਰ ਸਭ ਦਾ ਕੀਤਾ ਜਾ ਰਿਹਾ। ਜਦੋਂ ਤਕਰੀਬਨ 1.5 ਘੰਟਾ ਪਹਿਲਾਂ ਜਦੋਂ ਇਹਨਾਂ ਦੇ ਸ਼ਵ ਜਿਹੜੇ ਪਹੁੰਚੇ ਸੀਗੇ ਘਰ ਪੋਸਟਮਾਰਟਮ ਹੋਣ ਤੋਂ ਬਾਅਦ ਇਹ ਲੱਗ ਰਿਹਾ ਸੀਗਾ ਕਿ ਘਰ ਕੁਝ ਦੇਰ ਲਈ ਇਹਨਾਂ ਨੂੰ ਅੰਤਿਮ ਦਰਸ਼ਨ ਲਈ ਰੱਖਿਆ ਜਾਵੇਗਾ, ਲੇਕਿਨ ਬੋਡੀ ਪਾਣੀ ਦੇ ਕਾਰਨ ਫੁੱਲਣ ਦੇ ਵਜ੍ਹਾ ਦੇ ਨਾਲ ਜ਼ਿਆਦਾ ਦੇਰ ਘਰ ਦੇ ਵਿੱਚ ਨਹੀਂ ਰੱਖਿਆ ਤੇ ਨਾ ਹੀ ਜਿਹੜੀ ਨਵਾਉਣ ਦੀ ਜਿਹੜੀ ਰਸਮਾਂ ਹੁੰਦੀ ਉਹ ਵੀ ਨਹੀਂ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਸਿੱਧਾ ਉਹਨਾਂ ਨੂੰ ਹੁਣ ਅੰਤਿਮ ਯਾਤਰਾ ਉਹਨਾਂ ਦੀ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਸਾਰਿਆਂ ਦਾ ਹੁਣ ਅੰਤਿਮ ਸੰਸਕਾਰ ਕੀਤਾ ਗਿਆ। ਤਸਵੀਰਾਂ ਜਿਹੜੀ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਇਸ ਵੇਲੇ ਜਿਹੜੇ 7 ਜੀਆਂ ਦਾ ਇੱਕ ਸਾਥ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਤਸਵੀਰਾਂ ਬੇहद ਗਮਗੀਨ ਤੇ ਸ਼ਾਇਦ ਹੀ ਕਦੀ ਇਹਨਾਂ ਪਿੰਡ ਵਾਸੀਆਂ ਨੇ ਸੋਚਿਆ ਹੋਣਾ ਕਿ ਇੱਕ ਸਾਥ ਇਸ ਥਾਂ ਤੇ ਜਿਹੜੀ ਹੈ 7 ਜੀਆਂ ਨੂੰ ਇੱਕ ਸਾਥ ਲੰਬੂ ਲਾਇਆ ਜਾਣਾ, ਲੇਕਿਨ ਹੁਣ ਜਿਸ ਤਰੀਕੇ ਨਾਲ ਇਹ 7 ਨੂੰ ਇੱਕ ਸਾਥ ਜਿਹੜਾ ਲੰਬੂ ਲਾਇਆ ਜਾ ਰਿਹਾ ਹੈ ਤੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਜਿਹੜੀ ਹੈ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਅੰਤਿਮ ਰਸਮਾਂ ਨਿਭਾਈਆਂ ਗਈਆਂ ਤੇ ਬੇहद ਭਾਵੁਕ ਪਲ ਜਿਹੜੇ ਲਗਾਤਾਰ ਆ ਰਹੇ। ਮੈਂ ਇੱਕ ਵਾਰ ਆਪਣੇ ਕੈਮਰਾਮੈਨ ਨੂੰ ਕਹੂੰ ਤੁਹਾਨੂੰ ਇੱਕ ਵਾਈਡ ਸ਼ਾਟ ਦਿਖਾਉਂ ਜਿਹਦੇ ਵਿੱਚ 7 ਦੀ 7 ਬੋਡੀਜ਼ ਅਗਰ ਅਸੀਂ ਆਪਣੇ ਕੈਮਰੇ ਦੇ ਰਾਹੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਸਕੀਏ ਕਿ ਜਿੱਥੇ ਇੱਕ ਸਾਥ ਜਿਹੜੀ 7 ਨੂੰ ਜਿਹੜਾ ਹੁਣ ਅਗਨੀ ਭੇਂਟ ਕੀਤਾ ਗਿਆ ਹੈ, ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਦੇਖ ਸਕਦੇ ਹੋ ਕਿ ਜਿੰਨਾ ਅਸੀਂ ਆਪਣੇ ਕੈਮਰੇ ਦੇ ਰਾਹੀਂ ਦਰਸ਼ਕਾਂ ਤੱਕ ਇਹ ਤਸਵੀਰਾਂ ਸਾਂਝੀਆਂ ਕਰ ਸਕਦੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਫਰੇਮ ਦੇ ਵਿੱਚ ਸਭ ਨੂੰ ਲੈਣ ਦੀ ਤੇ ਹੁਣ ਜਿਹੜਾ ਅੰਤਿਮ ਸੰਸਕਾਰ ਹੋ ਰਿਹਾ ਹੈ ਇਹ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਤੇ ਹੁਣ ਜਿਹੜਾ ਹੁਣ ਆਖਰੀ ਵਾਰ ਜਿਹੜੀ ਲੱਕੜ ਪਾਉਣ ਦਾ ਜਿਹੜੀ ਰਵਾਇਤ ਹੈਗੀ ਹੈ ਉਹ ਹੁਣ ਪਿੰਡ ਵਾਸੀਆਂ ਵੱਲੋਂ ਪਾਈ ਜਾ ਰਹੀ ਹੈ ਤੇ ਅੰਤਿਮ ਸੰਸਕਾਰ ਹੁਣ ਸਭ ਦਾ ਕਰ ਦਿੱਤਾ ਗਿਆ, ਲੰਬੂ ਲਾ ਦਿੱਤਾ ਗਿਆ ਤੇ ਵੇਖ ਸਕਦੇ ਹੋ ਤਸਵੀਰਾਂ ਬੇहद ਭਾਵੁਕ ਪਲ, ਹਰ ਅੱਖ ਇਸ ਦੇ ਵਿੱਚ ਨਮ ਨਜ਼ਰ ਆਈ ਹੈ ਤੇ ਤਸਵੀਰਾਂ ਜਿਹੜੀ ਝਕਝੋਰ ਦੇਣ ਵਾਲੀਆਂ ਤਸਵੀਰਾਂ ਹਰ ਅੱਖ ਨੂੰ, ਹਰ ਪਰਿਵਾਰ ਨੂੰ, ਖਾਸ ਤੌਰ ਤੇ ਅਗਰ ਗੱਲ ਕਰੀਏ ਇਸ ਮੀਰਾ ਸ਼ਾਹ ਕਲੋਨੀ ਦੇ ਵਾਸੀਆਂ ਲਈ ਇਹ ਪਲ ਬੇहद ਨਾ ਭੁਲਾਉਣ ਵਾਲਾ ਪਲ, ਪੂਰੀ ਜ਼ਿੰਦਗੀ ਦਾ ਕਾਲਾ ਦਿਨ ਅਗਰ ਕਹੀਏ ਤੇ ਇਹਨਾਂ ਲਈ ਬਣ ਕੇ ਰਹਿ ਗਿਆ ਕਿਉਂਕਿ ਇੱਕ ਸਾਥ ਜਿਹੜੇ ਇੰਨਾ ਵੱਡਾ ਜਿਹੜਾ ਹਾਦਸਾ ਵਾਪਰਿਆ ਤੇ 7 ਜੀਆਂ ਦੀ ਮੌਤ ਹੋਈ ਤੇ ਵੇਖ ਸਕਦੇ ਹੋ ਤਸਵੀਰਾਂ। ਮਨਪ੍ਰੀਤ, ਇੱਕ ਤਸਵੀਰਾਂ ਜਿਹੜੀ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਬੇहद ਭਾਵੁਕ ਤਸਵੀਰਾਂ ਹੈਗੀਆਂ ਤੇ ਹੁਣ ਆਖਰੀ ਵਾਰ ਹੁਣ ਆਪਣੇ ਜੀਆਂ ਨੂੰ ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਜਿਹੜੀ ਲੱਕੜ ਪਾਉਣ ਦੀ ਜਿਹੜੀ ਰਸਮ ਹੈ ਉਹ ਨਿਭਾਈਆਂ ਜਾ ਰਹੀਆਂ। ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇੱਕ ਸਾਥ 7 ਜਿਹੜੀ ਮ੍ਰਿਤ ਦੇਹਾਂ ਨੂੰ ਜਿਹੜਾ ਲੰਬੂ ਲਾਇਆ ਗਿਆ, ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਤੁਸੀਂ ਸੋਚ ਸਕਦੇ ਹੋ ਕਿ ਇੱਥੇ ਕਿਸ ਤਰੀਕੇ ਦਾ ਮਾਹੌਲ ਤੇ ਵੇਖ ਸਕਦੇ ਹੋ ਤਸਵੀਰਾਂ ਤੇ ਕਿਸ ਤਰੀਕੇ ਨਾਲ ਇੱਥੇ ਮਾਹੌਲ ਦੇਖਣ ਨੂੰ ਮਿਲ ਰਿਹਾ। ਤੇ ਵੇਖ ਸਕਦੇ ਹੋ ਤਸਵੀਰਾਂ ਜਿਹੜੀ ਕਿਵੇਂ ਇੱਥੇ ਰਸਮਾਂ ਨੂੰ ਨਿਭਾਇਆ ਜਾ ਰਿਹਾ। ਜੀ ਮਨਪ੍ਰੀਤ, ਕਿਤੇ ਨਾ ਕਿਤੇ ਇਹ ਤਸਵੀਰ ਉਸੇ ਨੂੰ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਵਾਕਈ ਦੇ ਵਿੱਚ
ਜਦੋਂ ਆ ਲੱਗੀ ਤਾਂ ਉਸ ਨੂੰ ਕੋਈ ਨਹੀਂ ਟਾਲ ਸਕਦਾ, ਹੋਣੀ ਨੂੰ ਕੋਈ ਨਹੀਂ ਟਾਲ ਸਕਦਾ। ਸੋ ਇਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ। ਸੋ ਇੱਕ ਤੋਂ ਬਾਅਦ ਇੱਕ ਕਰਕੇ ਜੇਕਰ ਦੇਖਿਆ ਜਾਏ, ਹਰ ਕੋਈ ਜੋ ਹੈ ਅੱਜ ਭਾਵੁਕ ਨਜ਼ਰ ਆ ਰਿਹਾ ਔਰ ਹਰ ਕੋਈ ਸ਼ਰਧਾਂਜਲੀ ਵੀ ਦਿੰਦਾ ਹੋਇਆ ਨਜ਼ਰ ਆਇਆ। ਅਖੀਰ ਦੇ ਵਿੱਚ ਅੰਤਿਮ ਜੋ ਰਸਮਾਂ ਨੇ ਉਹਨਾਂ ਦੇ ਵਿੱਚ ਵੀ ਸ਼ਰੀਕ ਹੁੰਦਾ ਨਜ਼ਰ ਆਇਆ। ਅੰਕੁਸ਼, ਵਾਕਈ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਅਸੀਂ ਕਹਿ ਰਹੇ ਹਾਂ ਕਿ ਨਾ ਪੂਰਾ ਹੋਣ ਵਾਲਾ ਇਹ ਘਾਟਾ ਜ਼ਰੂਰ ਪਿਆ ਹੈ, ਪਰ ਇਸ ਹਾਦਸੇ ਨੇ ਇੱਕ ਵੱਡਾ ਸਬਕ ਜੋ ਹੈ ਉਹ ਵੀ ਜ਼ਰੂਰ ਦਿੱਤਾ ਹੈ। ਜੀ बिल्कुल बिल्कुल, इस हादसे ने बड़ा सबक जरूर दिता है, क्योंकि पानी कदों काल बन जाए ये कोई नहीं समझ सकता। तो इन्होंने सत्ता के उत्ते काल बन के ही पानी जड़ा आया है, तो 7 जियां की जी मौत एक साथ हो गई है। तो उस तो बाद जाहिर जी गल है, लोगों को सबक भी जरूर मिले कि पानी के बहाव के कोल नहीं जाना चाहिए। अगर पानी ज़्यादा गहरा है, अगर नहीं पानी के बारे पता कि कितना गहराई है इसकी, तो उस दे विच कदी भी जी बिल्कुल बिल्कुल अंकुश, कह सकते हैं कि गहराई नहीं पता, या कह लिया जाए जिस तरह उसी भी जिक्र किया कि पानी के बारे जो पूरी जानकारी जो उस वक्त नहीं सी, या उंज कह लिया जाए कि उम्र जो है बड़ी घट है इन्हों की, शायद उस पद्धर से समझ भी नहीं सी, ये नौजवान जो ने वो पानी दे विच जा वड़े। सो अजिहे दे विच गोबिंद सागर झील इन्हों लै डुब्बी, पानी का वहा तेज़ सी। सो समझा जा सकता है, ये भी नहीं कहा जा सकता कि इन्होंने नौजवानों तैरना नहीं आता होएगा, हो सकता है कि सब नूं तैरना आता होवे, पर कहते हैं कि तैराक ने अक्सर उही डुब्बिया करते हैं, क्योंकि उन्होंने अपने ते पूरा भरोसा हुंदा है। पर पानी का जो बहा है उस दे लई भी असी समझ सकते हैं कि कदों किस पद्धर ते तेज़ हो जाए तो कदों किसी नूं लै डुब्बे। सो ये कहना जो है वो सौखा नहीं हुंदा। सो अजिहे दे विच ये भी कहा नहीं जा सकता। सो झील दे विच डुब्बण नाल 7 जियां दी मौत तो बाद असी लगातार दर्शकों तक ये तस्वीरां पहुँचा रहे हैं कि किंज बनूड़ दे विच अज हर कोई परिवार दे इस दुख दे विच शरीक हुंदा होया नज़र आया। 7 सिवियां दे इस सेक ने हर किसी नूं हैरान कर दिता, ते हर कोई परेशान भी नज़र आ रहा है, क्योंकि ये वड्डा भाणा जो इस वक्त वरत्या है, तो हुण परिवार दे लई दलासा दिंदा होया हर कोई नज़र आ रहा है। असी भी यही अरदास करते हैं कि परिवार नूं भाणा मन्नण दा बल वाहिगुरू जरूर बख्शण, परमात्मा सब नूं भाणा मन्नण दा बल बख्शे, क्योंकि जिस हिसाब दे नाल अज ये पूरी तस्वीर देखने नूं मिली, इलाके दे विच मातम पसरिया नज़र आया। सो इस तो समझा जा सकता है तसीबे की ये बलदी अग, हालांकि इसनूं देख के जो मापे ने अखीरली बार अपने पुत्रां नूं अलविदा जरूर कह रहे हैं, पर नाल दी नाल एक दलासा, या कह लिया जाए कि मन समझाउण दी कोशिश है। बस एक मन नूं ये समझाउणा है कि हुण उन्हां दे पुत्तर जो ने वो इस दुनिया च नहीं रहे, उन्हां दे घर दे जी इस दुनिया च नहीं रहे, या इलाके दे विच जो इन्हां नौजवानों के दोस्त मित्र ने वो भी यही सोचते होणगे कि हुण उन्हां दा यार बेली जां उन्हां दा दोस्त जिस दे नाल खेडदे सन, स्कूल जाते सन, वो इस दुनिया दे विच नहीं रहा। तो अखीरली विदाई जो है वो हुण दित्ती गई है। बनूड़ दी सीधी तस्वीर वाकई ही दिल नूं धूंदी नज़र आउंदी है, वाकई दिल नूं हलूण के रख रही है, क्योंकि सौखा नहीं हुंदा है इस तरह इक्को परिवार दे जो 7 जी टुर जाण, तो कहते ने कई बारी जिसकी एक इंज नहीं गिरती वो भी रो पैंदा है, जां कई बारी जदों इस तरह सिवे बलदे बंदे देखते हैं तो जिन्हां दे अपने दुख हुंदे ने वो भी सामने आ जाते हैं। कईयां नूं अपने गए हुए जो अपने परिवारक जी ने वो याद आ जाते हैं। सो ये पल ही अजिहे हुंदे ने, और ये पलां नूं बयान करना वाकई च बहुत औखा और भावुक कर देने वाला है। बनूड़ दे शमशान घाट दे विच गमगीन माहौल देखा जा रहा है, और नौजवान जो ने वो खास तौर पर इत्थे पहुंचे ने। और अज जिस तरह अंकुश एक तो बाद एक करके तस्वीर असी पिछले 1.5 घंटे तो लगातार अपने दर्शकों तक पहुँचा रहे हैं, साडे लई भी ये सौखा नहीं सी, प्रशासन भी अपनी ड्यूटी निभा रहा है, और तुहाडी हिम्मत की भी दाद देनी होएगी, क्योंकि हर कोई भावुक हो जाता है, पर तुसी हिम्मत बनाई रखी और नाल दी नाल तुसी अपनी जिम्मेवारी जो बड़ी बाखूबी निभाई और दर्शकों तक ये जानकारी पहुँचाई। जी बिल्कुल मनप्रीत, साडी जिहड़ी जिम्मेवारी है असी बखूबी उसनूं निभाउण दी कोशिश कीती हैगी है, ते हुण हर अख जिहड़ी है नम हैगी है,
ਸੱਤ ਦੇ ਸੱਤ ਜਿਹੜੇ ਜੀ ਸੀਗੇ ਇੱਕ ਸਾਥ ਉਹਨਾਂ ਨੂੰ ਲੰਬੂ ਲਾਇਆ ਗਿਆ ਤੇ ਇਸ ਫਾਨੀ ਸੰਸਾਰ ਨੂੰ ਕੱਲ ਜਿਸ ਤਰੀਕੇ ਨਾਲ ਉਹ ਅਲਵਿਦਾ ਕਹਿ ਕੇ ਗਏ ਸੀਗੇ ਤਾਂ ਉਸ ਤੋਂ ਬਾਅਦ ਨਾ ਸਿਰਫ ਪਿੰਡ ਇਹ ਦੇਖ ਸਕਦੇ ਹੋ ਕਿ ਹਲੇ ਵੀ ਇਹ ਦਾਦਾ ਜਿਹੜਾ ਕਿ ਸ਼ਿਵਾ ਦਾ ਦਾਦਾ ਜਿਹੜਾ ਕਿ ਮਹਿਜ਼ 13 ਸਾਲ ਜਿਸ ਦੇ ਫਾਦਰ ਨਾਲ ਅਸੀਂ ਥੋੜੀ ਦੇਰ ਪਹਿਲਾਂ ਗੱਲ ਕਰਵਾ ਰਹੇ ਸੀ ਉਹ ਵਿਸ਼ਾਲ ਸੀਗਾ। ਇਹ ਕੱਲ ਵੀ ਅਸੀਂ ਪੀੜਿਤ ਪਰਿਵਾਰਾਂ ਦੇ ਨਾਲ ਗੱਲ ਕੀਤੀ ਸੀਗੀ, ਸਵੇਰੇ ਵੀ ਅਸੀਂ ਗੱਲਬਾਤ ਕੀਤੀ। ਇਹਨਾਂ ਦਾ ਦਰਦ ਕੋਈ ਨਹੀਂ ਵੰਡ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਦੇ ਉੱਤੇ ਭਾਣਾ ਵਰਤਿਆ ਕੁਦਰਤ ਨੇ ਉਹ ਇਹਨਾਂ ਨੂੰ ਉਸ ਘਾਟੇ ਨੂੰ ਪੂਰਾ ਕਰਨਾ ਕਿਸੇ ਦੇ ਲਈ ਵੀ ਜਿਹੜਾ ਹੈ ਉਹ ਹੁਣ ਵਾਜਿਬ ਨਹੀਂ ਹੈ। ਕੋਈ ਵੀ ਉਸ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ, ਲੇਕਿਨ ਸਿਰਫ ਇਹਨਾਂ ਨੂੰ ਜਿਹੜੀ ਇੱਕ ਹੌਸਲਾ ਦਿੱਤਾ ਜਾ ਸਕਦਾ, ਸਾਂਤਵਨਾ ਦਿੱਤੀ ਜਾ ਸਕਦੀ, ਉਸੇ ਲਈ ਇਹ ਪੂਰਾ ਦਾ ਪੂਰਾ ਪਰਿਵਾਰ ਅਗਰ ਕਹੀਏ ਪੂਰਾ ਪਿੰਡ ਪੂਰਾ ਸ਼ਹਿਰ ਅਗਰ ਕਹੀਏ ਤੇ ਅੱਜ ਇਹਨਾਂ 7 ਜੀਆਂ ਦੇ ਅੰਤਿਮ ਸੰਸਕਾਰ ਦੇ ਵੇਲੇ ਇੱਥੇ ਪਹੁੰਚਿਆ ਹੋਇਆ ਸੀਗਾ। ਅਸੀਂ ਵੇਖਿਆ ਕਿ ਹਰ ਅੱਖ ਨਮ ਨਜ਼ਰ ਆਈ ਹੈ, ਹਰ ਅੱਖ ਦੇ ਵਿੱਚ ਇਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੀਗਾ। ਮਾਵਾਂ ਭੈਣਾਂ ਦੀ ਗੱਲ ਕਰੀਏ ਅਸੀਂ ਉਸ ਸਵੇਰ ਤੋਂ ਦੇਖ ਰਹੇ ਸੀ ਕਿ ਕਿਵੇਂ ਕੁਰਲਾਉਂਦੀਆਂ ਹੋਈਆਂ ਜਿਹੜੀ ਇੱਕ ਦੂਸਰੇ ਦੇ ਨਾਲ ਦੁੱਖ ਨੂੰ ਜਿਹੜੀ ਵੰਡਣ ਦੀ ਕੋਸ਼ਿਸ਼ ਕਰ ਰਹੀ ਸੀ, ਲੇਕਿਨ ਉਹਨਾਂ ਮਾਵਾਂ ਦਾ ਦੁੱਖ ਕਿਵੇਂ ਵੰਡਿਆ ਜਾਏ ਜਿਨ੍ਹਾਂ ਨੇ 9 ਮਹੀਨੇ ਆਪਣੀ ਕੁੱਖਾਂ ਦੇ ਵਿੱਚ ਉਹਨਾਂ ਨੂੰ ਪਾਲਿਆ ਤਾਂ ਉਸ ਤੋਂ ਬਾਅਦ ਉਹ ਇੱਕਦਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਲਈ ਕਾਫੀ ਬੇਹੱਦ ਮੰਦਭਾਗਾ ਦਿਨ ਅਗਰ ਕਹੀਏ ਤੇ ਉਹ ਹੈਗਾ ਮਾਵਾਂ ਦੇ ਲਈ ਆਪਣੇ ਪੁੱਤਾਂ ਨੂੰ ਖੋਣਾ। ਇਸ ਤੋਂ ਵੱਡਾ ਦੁੱਖ ਨਹੀਂ ਹੋ ਸਕਦਾ, ਖਾਸ ਤੌਰ ਤੇ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਵੱਡੇ ਬਜ਼ੁਰਗ ਜਿਹੜੇ ਬੈਠੇ ਨੇ ਤੇ ਉਹਨਾਂ ਦੇ ਜਵਾਨ ਪੁੱਤਾਂ ਨੂੰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹਨਾਂ ਨੂੰ ਅੱਜ ਅਗਨੀ ਭੇਂਟ ਕੀਤਾ ਗਿਆ ਹੈ ਤੇ ਉਹਨਾਂ ਪਰਿਵਾਰਾਂ ਦੇ ਉੱਤੇ ਤਾਂ ਕਿੰਨਾ ਵੱਡਾ ਅੱਜ ਕਰਕੇ ਇਹ ਭਾਰ ਟੁੱਟਿਆ। ਬਜ਼ੁਰਗਾਂ ਨੂੰ ਅਸੀਂ ਇੱਥੇ ਵੇਖਿਆ, ਦਾਦੇ ਦੇਖੇ ਜਿਨ੍ਹਾਂ ਦੇ ਪੋਤੇ ਇਹ ਵਾਅਦਾ ਕਰਕੇ ਗਏ ਸੀਗੇ ਕਿ 3 ਦਿਨਾਂ ਬਾਅਦ ਉਹਨਾਂ ਨੂੰ ਅਸੀਂ ਫਿਰ ਮਿਲਾਂਗੇ ਆ ਕੇ, ਲੇਕਿਨ ਉਹ ਸ਼ਾਇਦ ਹੀ ਉਹ 3 ਦਿਨ ਹੁਣ ਪੂਰੇ ਕਦੀ ਨਾ ਹੋਣ। ਉਹ ਸਿਰਫ 1 ਦਿਨ ਦੇ ਬਾਅਦ ਹੀ ਜਿਹੜੇ ਆਪਣੇ ਪੈਰਾਂ ਤੇ ਚੱਲ ਕੇ ਉੱਥੇ ਗਏ ਸੀ ਤੇ ਵਾਪਸ ਜਦੋਂ ਆਏ ਤੇ 4 ਕੰਧਿਆਂ ਤੇ ਵਾਪਸ ਆਏ ਨੇ। ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਸ ਤਰੀਕੇ ਨਾਲ ਜਿਹੜੇ ਉਹ ਕਦੀ ਵਾਪਸ ਨਹੀਂ ਆਣਗੇ। ਵਾਪਸ ਆਣਗੇ ਤਾਂ ਸਿਰਫ ਉਹਨਾਂ ਦੀ ਯਾਦਾਂ ਵਾਪਸ ਆਣਗੀਆਂ, ਉਹਨਾਂ ਦੀ ਲਾਸ਼ਾਂ ਵਾਪਸ ਆਣਗੀਆਂ ਤੇ ਹੁਣ ਪੂਰੀ ਜ਼ਿੰਦਗੀ ਉਹਨਾਂ ਦੇ ਲਈ ਇਹ ਕਾਲਾ ਦਿਨ ਹੁਣ ਇੱਕ ਅਗਰ ਕਹੀਏ ਕਾਲ ਬਣ ਕੇ ਹਮੇਸ਼ਾ ਉਹਨਾਂ ਦੇ ਦਿਲਾਂ ਨੂੰ ਵਰੁੰਦਰਾ ਰਹੇਗਾ, ਉਹਨਾਂ ਨੂੰ ਯਾਦ ਕਰਾਂਦਾ ਰਹੇਗਾ ਕਿ ਇੱਕ ਵੱਡਾ ਜਿਹੜਾ ਘਟਨਾਕ੍ਰਮ ਹੋਇਆ ਸੀ, ਇੱਕ ਵੱਡਾ ਹਾਦਸਾ ਹੋਇਆ ਸੀ, ਉਸ ਨੇ ਇਹਨਾਂ ਪਰਿਵਾਰਾਂ ਦੇ ਜੀ ਨੂੰ ਖੋ ਲਿਆ, ਲੇਕਿਨ ਹੋਰਾਂ ਨੂੰ ਇੱਕ ਵੱਡਾ ਸਬਕ ਦੇ ਕੇ ਗਏ ਨੇ। ਇਹਨਾਂ ਦੇ ਜਿਹੜੇ ਪਰਿਜਨ ਹੈਗੇ, ਜਿਹੜੇ ਬੱਚੇ ਹੈਗੇ, ਜਿਹੜੇ ਮੁੰਡੇ ਹੈਗੇ ਹੈ, ਜਿਹੜੇ ਅਗਰ ਕਹੀਏ ਪਿਓ ਪੁੱਤ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋਏ ਨੇ, ਇੱਕ ਚਾਚੇ ਇੱਕੋ ਘਰ ਦੇ ਜਿਹੜੇ 4 ਜੀ ਇੱਕ ਅਲਵਿਦਾ ਕਹਿ ਕੇ ਗਏ ਨੇ, ਉਹਨਾਂ ਲਈ ਅਗਰ ਕਹੀਏ ਤੇ ਉਹ ਪਰਿਵਾਰਾਂ ਦੇ ਲਈ ਕਹੀਏ ਤੇ ਨਾ ਕਦੀ ਪੂਰਾ ਹੋਣ ਵਾਲਾ ਉਹ ਘਾਟਾ ਜਿਹੜਾ ਉਹਨਾਂ ਨੂੰ ਸਹਿਣਾ ਪੈਣਾ ਤੇ ਜਿਸ ਤਰੀਕੇ ਨਾਲ ਇਹ ਘਟਨਾ ਹੋਈ ਹੈ ਇਸ ਨਾਲ ਲੋਕਾਂ ਨੂੰ ਇੱਕ ਵੱਡਾ ਸਬਕ ਜ਼ਰੂਰ ਸਿਖਾਉਣ ਦੀ ਕੋਸ਼ਿਸ਼ ਵੀ ਅਗਰ ਕਹੀਏ ਉਹ ਕੀਤੀ ਜਾ ਰਹੀ ਹੈ। ਜੀ ਮਨਪ੍ਰੀਤ, ਬਿਲਕੁਲ ਕੋਸ਼ਿਸ਼ ਜੋ ਹੈ ਉਹ ਕੀਤੀ ਜਾ ਰਹੀ ਹੈ। ਮੇਰਾਲ ਤੁਸੀਂ ਬਣੇ ਰਹੋ ਅੰਕੁਸ਼, ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ, ਸੋ ਜਲਦ ਹਾਜ਼ਰ ਹੋਵਾਂਗੇ।